ਵੈਲਕਮ ਸਟੂਡੈਂਟਸ। ਬੇਟਾ ਅੱਜ ਅਸੀਂ +1 ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟਸ ਬੱਚੇ ਦੀ ਰਿਵੀਜ਼ਨ ਕਰਨ ਜਾ ਰਹੇ ਹਾਂ। ਸੋ ਮੌਲਿਕ ਅਧਿਕਾਰ ਤੁਸੀਂ ਸ਼ਬਦ ਪਹਿਲੀ ਵਾਰੀ ਨਹੀਂ ਸੁਣਿਆ, ਇਹ ਤੁਸੀਂ ਪਹਿਲਾਂ ਵੀ 8ਵੀਂ 9ਵੀਂ ਦੀ ਕਲਾਸਾਂ ਵਿੱਚ ਵੀ ਇਹਦੇ ਬਾਰੇ ਪੜ੍ਹਿਆ ਹੈ। ਮੌਲਿਕ ਅਧਿਕਾਰ ਕੀ ਹੁੰਦੇ ਹਨ? ਮੌਲਿਕ ਅਧਿਕਾਰ ਅਸੀਂ ਕਿਹੜੇ ਅਧਿਕਾਰਾਂ ਨੂੰ ਕਹਾਂਗੇ? ਜਿਹੜੇ ਕਿਸੇ ਵੀ ਵਿਅਕਤੀ ਦੇ ਵਿਅਕਤਿਤਵ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਸੋ ਆਧੁਨਿਕ ਲੋਕਤੰਤਰੀ ਰਾਜ ਜਿੰਨੇ ਵੀ ਹਨ ਉਹਦੇ ਵਿੱਚ ਰਾਜ ਦੀ ਜਿਹੜੀ ਪਹਿਚਾਣ ਹੈ ਉਹ ਉਸ ਦੁਆਰਾ ਨਾਗਰਿਕਾਂ ਨੂੰ ਦਿੱਤੇ ਗਏ ਅਧਿਕਾਰਾਂ ਤੋਂ ਹੀ ਕੀਤੀ ਜਾਂਦੀ ਹੈ, ਕਿਉਂਕਿ ਅਧਿਕਾਰ ਵਿਅਕਤੀ ਦੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ ਅਤੇ ਵਰਤਮਾਨ ਸਮੇਂ ਰਾਜ ਦਾ ਉਦੇਸ਼ ਵਿਅਕਤੀ ਦੇ ਵਿਕਾਸ ਲਈ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਰਾਜ ਨਾਗਰਿਕਾਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੰਦਾ ਹੈ। ਸੋ ਭਾਰਤ ਦੇ ਸੰਵਿਧਾਨ ਦੇ 3 ਅਧਿਆਏ ਵਿੱਚ, ਬੇਟਾ ਇਹ ਗੱਲ ਪੱਕੀ ਯਾਦ ਕਰਨੀ ਹੈ, ਮੌਲਿਕ ਅਧਿਕਾਰ ਸਾਡੇ ਸੰਵਿਧਾਨ ਦੇ 3 ਅਧਿਆਏ ਵਿੱਚ ਹੈ, ਜੋ ਕਿ ਆਰਟੀਕਲ ਜਾਂ ਧਾਰਾ 12 ਤੋਂ ਲੈ ਕੇ 35 ਤੱਕ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ। 12 ਤੋਂ ਲੈ ਕੇ 35 ਤੱਕ ਸਾਡੇ ਸੰਵਿਧਾਨ ਦੇ 3 ਅਧਿਆਏ ਵਿੱਚ ਕਿਹਦੇ ਬਾਰੇ ਦੱਸਿਆ ਗਿਆ ਹੈ? ਮੌਲਿਕ ਅਧਿਕਾਰ ਜਾਂ ਫੰਡਾਮੈਂਟਲ ਰਾਈਟਸ ਬਾਰੇ ਦੱਸਿਆ ਗਿਆ ਹੈ। ਲਾਸਕੀ ਨੇ ਇਸ ਦੇ ਬਾਰੇ ਵਿੱਚ ਕੀ ਕਿਹਾ ਹੈ ਕਿ ਇੱਕ ਰਾਜ ਦੀ ਪਹਿਚਾਣ ਉਸ ਦੇ ਰਾਹੀਂ ਸੁਰੱਖਿਅਤ ਰੱਖੇ ਗਏ ਅਧਿਕਾਰਾਂ ਤੋਂ ਹੀ ਹੁੰਦੀ ਹੈ। ਮਤਲਬ ਕਿਸੇ ਰਾਜ ਦੀ ਅਗਰ ਅਸੀਂ ਪਹਿਚਾਣ ਕਰਨੀ ਹੋਵੇ ਕਿ ਕਿਹੜਾ ਰਾਜ ਵਧੀਆ ਕੰਮ ਕਰ ਰਿਹਾ ਹੈ, ਕਿਹੜਾ ਰਾਜ ਜਿਹੜਾ ਹੈ ਉਸ ਨੂੰ ਆਪਾਂ ਚੰਗਾ ਰਾਜ ਕਹਾਂਗੇ, ਤਾਂ ਉਹ ਕਿੱਥੋਂ ਪਹਿਚਾਣ ਕੀਤੀ ਜਾ ਸਕਦੀ ਹੈ ਕਿ ਉਸਨੇ ਆਪਣੇ ਨਾਗਰਿਕਾਂ ਨੂੰ ਕਿੰਨੇ ਕਿਸਮ ਦੇ ਅਧਿਕਾਰ ਦਿੱਤੇ ਹਨ ਜਾਂ ਕਿਹੜੇ ਅਧਿਕਾਰ ਉਹਨਾਂ ਵਾਸਤੇ ਸੁਰੱਖਿਅਤ ਰੱਖੇ ਹਨ। So, English definition according to Lasky, state is known by the system of rights it maintains. ਮੌਲਿਕ ਅਧਿਕਾਰ ਉਹ ਸਹੂਲਤਾਂ ਹਨ, ਹੁਣੇ ਵੀ ਉਹਦੀ ਡੈਫੀਨੇਸ਼ਨ ਆ ਗਈ ਮੌਲਿਕ ਅਧਿਕਾਰਾਂ ਦੀ, ਕਿ ਮੌਲਿਕ ਅਧਿਕਾਰ ਉਹ ਸਹੂਲਤਾਂ ਹਨ ਜੋ ਵਿਅਕਤੀ ਦੇ ਜੀਵਨ ਦੇ ਵਿਕਾਸ ਲਈ ਲਾਜ਼ਮੀ ਹੋਣ ਦੇ ਕਾਰਨ ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ। ਯਾਨੀ ਮੌਲਿਕ ਅਧਿਕਾਰ ਦਿੰਦਾ ਕੌਣ ਹੈ? ਰਾਜ ਦਿੰਦਾ ਹੈ। ਕਿਹਨਾਂ ਨੂੰ ਦਿੰਦਾ ਹੈ? ਨਾਗਰਿਕਾਂ ਨੂੰ, ਜੋ ਕਿ ਉਹਨਾਂ ਦੇ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਮੌਲਿਕ ਅਧਿਕਾਰਾਂ ਦੀ ਸ਼ੁਰੂਆਤ ਜਿਹੜੀ ਸੀ ਫਰਾਂਸ ਦੀ ਕ੍ਰਾਂਤੀ ਕਦੋਂ ਹੋਈ ਸੀ? 1799 ਈਸਵੀ ਵਿੱਚ। ਉਸ ਵੇਲੇ ਜਦੋਂ ਕ੍ਰਾਂਤੀਕਾਰੀਆਂ ਨੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਨਾਅਰਾ ਲਗਾਇਆ ਸੀ ਤੇ ਮੌਲਿਕ ਅਧਿਕਾਰਾਂ ਦਾ ਐਲਾਨ ਕੀਤਾ ਸੀ, ਉਸ ਟਾਈਮ ਤੋਂ ਹੀ ਮੌਲਿਕ ਅਧਿਕਾਰਾਂ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਦਾ ਪ੍ਰਭਾਵ ਅਮਰੀਕਾ ਦੇ ਸੰਵਿਧਾਨ ਨਿਰਮਾਤਾ 'ਤੇ ਵੀ ਪਿਆ, ਯਾਨੀ ਕਿ ਅਮਰੀਕਾ ਐਡਾ ਵੱਡਾ ਦੇਸ਼ ਹੈ ਤਾਂ ਅਮਰੀਕਾ ਦੇ ਸੰਵਿਧਾਨ ਨਿਰਮਾਤਾ ਨੇ ਵੀ ਦੇਖਿਆ ਕਿ ਮੌਲਿਕ ਅਧਿਕਾਰਾਂ ਦੀ ਕਿੰਨੀ ਲੋੜ ਹੈ। ਉਹਨਾਂ ਨੇ ਵੀ ਆਪਣੇ ਦੇਸ਼ ਦੇ ਜਦੋਂ ਲਿਖਤੀ ਸੰਵਿਧਾਨ ਦੀ ਰਚਨਾ ਕੀਤੀ, ਜਦੋਂ ਸੰਵਿਧਾਨ ਲਿਖਿਆ ਤਾਂ ਮੌਲਿਕ ਅਧਿਕਾਰਾਂ ਨੂੰ ਉਹਨਾਂ ਨੇ ਵੀ ਮਹੱਤਵਪੂਰਨ ਥਾਂ ਦਿੱਤੀ ਸੀ। ਅਮਰੀਕਾ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ 1791 ਈਸਵੀ ਵਿੱਚ, ਯਾਨੀ ਕਿ 1791 ਈਸਵੀ ਵਿੱਚ ਅਮਰੀਕਾ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹਨਾਂ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕਰਨਾ ਇੱਕ ਸੰਵਿਧਾਨਿਕ ਪਰੰਪਰਾ ਬਣ ਗਈ। ਮਤਲਬ ਫਿਰ ਬਹੁਤ ਸਾਰੇ ਦੇਸ਼ਾਂ ਨੇ ਵੀ ਇਹਨਾਂ ਨੂੰ ਆਪਣੇ ਜਿਹੜੇ ਸੰਵਿਧਾਨ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਸਮਝਿਆ। ਭਾਰਤੀ ਸੰਵਿਧਾਨ ਦੇ ਰਚਨਹਾਰਿਆਂ ਨੇ ਵੀ ਜਦੋਂ ਸੰਵਿਧਾਨ ਦਾ ਨਿਰਮਾਣ ਕੀਤਾ ਤੇ ਉਸ ਸਮੇਂ ਹੀ ਉਹਨਾਂ ਨੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੀ ਵਿਵਸਥਾ ਕਰ ਦਿੱਤੀ। ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਜਿਹੜਾ ਹੈ 6 ਭਾਗਾਂ ਵਿੱਚ ਵੰਡਿਆ ਗਿਆ ਹੈ, ਯਾਨੀ ਕਿ ਸਾਡੇ ਸੰਵਿਧਾਨ ਵਿੱਚ ਕਿੰਨੇ ਕਿਸਮ ਦੇ ਮੌਲਿਕ ਅਧਿਕਾਰ ਹਨ? 6 ਕਿਸਮ ਦੇ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ। ਔਰ 44ਵੀਂ ਸੋਧ ਰਾਹੀਂ 1979 ਈਸਵੀ ਰਾਹੀਂ ਸੰਪੱਤੀ ਦੇ ਅਧਿਕਾਰ ਨੂੰ, ਯਾਨੀ ਪਹਿਲਾਂ ਜਿਹੜੇ ਸੀਗੇ ਸੰਪੱਤੀ ਦਾ ਅਧਿਕਾਰ ਵੀ ਸਾਡਾ ਜਿਹੜਾ ਸੀਗਾ ਮੌਲਿਕ ਅਧਿਕਾਰ ਸੀ, ਹੁਣ 44ਵੀਂ ਸੋਧ ਰਾਹੀਂ ਸੰਪੱਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਨੂੰ ਹੁਣ ਸਿਰਫ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਹ ਸਾਡਾ ਸੰਪੱਤੀ ਦਾ ਜਿਹੜਾ ਅਧਿਕਾਰ ਸੀ ਇਹ ਧਾਰਾ 31 ਵਿੱਚ ਸ਼ਾਮਿਲ ਸੀ, ਹੁਣ ਧਾਰਾ 31 ਨੂੰ ਇਸ ਨੂੰ ਕੱਢ ਦਿੱਤਾ ਗਿਆ ਹੈ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚੋਂ। ਹੁਣ ਇਸ ਨੂੰ ਇੱਕ ਆਮ ਹੀ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ। ਅੱਗੇ ਅਸੀਂ ਪੜ੍ਹਨੇ ਹਾਂ ਕਿ ਭਾਰਤੀ ਸੰਵਿਧਾਨ ਵਿੱਚ ਕਿਹੜੇ ਮੌਲਿਕ ਅਧਿਕਾਰ ਸ਼ਾਮਿਲ ਹਨ। ਸੋ ਬੱਚੇ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਤੁਹਾਡੇ ਇਸ +1 ਦੇ ਵਿੱਚ। ਸੋ ਕਿਹੜੇ ਅਧਿਕਾਰ ਹਨ? ਤੇ ਇੱਕ ਤਾਂ ਤੁਸੀਂ 6 ਕਿਸਮਾਂ ਯਾਦ ਰੱਖਣੀਆਂ ਹੈ। ਕਿਹੜੀ ਕਿਸਮ ਹੈ? ਨੰਬਰ 1 ਸਮਾਨਤਾ ਦਾ ਅਧਿਕਾਰ, ਜਿਸ ਨੂੰ ਆਪਾਂ ਇੰਗਲਿਸ਼ ਕਹਿੰਦੇ ਹਾਂ ਰਾਈਟ ਟੂ ਇਕੁਐਲਿਟੀ। ਇਹ ਸਾਡੇ ਸੰਵਿਧਾਨ ਵਿੱਚ ਆਰਟੀਕਲ ਅਨੁਛੇਦ 14 ਤੋਂ ਲੈ ਕੇ 18 ਤੱਕ ਸ਼ਾਮਿਲ ਹੈ। ਦੂਸਰਾ ਅਧਿਕਾਰ ਹੈ ਸੁਤੰਤਰਤਾ ਦਾ ਅਧਿਕਾਰ। ਇਹ ਸਾਡੇ ਸੰਵਿਧਾਨ ਵਿੱਚ ਜਿਹੜਾ ਹੈ ਇਹ 19 ਤੋਂ ਲੈ ਕੇ 22 ਆਰਟੀਕਲ ਵਿੱਚ ਸ਼ਾਮਿਲ ਹੈ। ਸੋ ਇਸ ਨੂੰ ਕਹਿੰਦੇ ਹਾਂ ਆਪਾਂ ਇੰਗਲਿਸ਼ ਵਿੱਚ ਰਾਈਟ ਟੂ ਫਰੀडम। ਤੀਸਰਾ ਸਾਡਾ ਅਧਿਕਾਰ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ।
ਇਸ ਨੂੰ ਇੰਗਲਿਸ਼ 'ਚ ਅਸੀਂ ਕਹਿੰਦੇ ਹਾਂ ਰਾਈਟ ਅਗੇਂਸਟ ਐਕਸਪਲਾਇਟੇਸ਼ਨ। ਇਹ ਸਾਡੇ ਸੰਵਿਧਾਨ ਵਿੱਚ ਅਨੁਛੇਦ 23 ਤੇ 24 ਵਿੱਚ ਸ਼ਾਮਿਲ ਹੈ। ਚੌਥਾ ਸਾਡਾ ਅਧਿਕਾਰ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਹ ਸਾਡੇ ਸੰਵਿਧਾਨ ਵਿੱਚ ਜਿਹੜਾ ਹੈ 25 ਤੋਂ ਲੈ ਕੇ 28 ਆਰਟੀਕਲ ਵਿੱਚ ਇਹ ਸ਼ਾਮਿਲ ਹੈ। ਇੰਗਲਿਸ਼ 'ਚ ਅਸੀਂ ਇਸ ਨੂੰ ਕਹਿੰਦੇ ਹਾਂ ਰਾਈਟ ਟੂ ਰਿਲੀਜੀਅਸ ਫਰੀडम। ਪੰਜਵਾਂ ਸਾਡਾ ਅਧਿਕਾਰ ਹੈ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਜਿਸ ਨੂੰ ਇੰਗਲਿਸ਼ 'ਚ ਕਹਿੰਦੇ ਹਾਂ ਆਪਾਂ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਇਹ ਸਾਡੇ ਸੰਵਿਧਾਨ ਵਿੱਚ 29 ਤੇ 30 ਅਨੁਛੇਦ ਵਿੱਚ ਸ਼ਾਮਿਲ ਹੈ। ਔਰ ਛੇਵਾਂ ਸਾਡਾ ਜਿਹੜਾ ਹੈ ਮੌਲਿਕ ਅਧਿਕਾਰ, ਉਸ ਦਾ ਨਾਮ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਸ ਨੂੰ ਇੰਗਲਿਸ਼ ਵਿੱਚ ਆਪਾਂ ਕੀ ਕਹਿੰਦੇ ਹਾਂ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀਜ਼। ਇਹ ਸਾਡੇ ਸੰਵਿਧਾਨ ਵਿੱਚ ਅਨੁਛੇਦ 32 ਵਿੱਚ ਸ਼ਾਮਿਲ ਹੈ। ਸੋ ਇਹ ਤੁਸੀਂ ਪੱਕਾ ਯਾਦ ਕਰ ਲੈਣਾ ਹੈ। ਸਾਡੇ ਵੈਸੇ ਦੇਖੋ ਇਹ ਸਾਡੇ ਅਧਿਕਾਰ ਜਿਹੜੇ ਸਮਾਨਤਾ ਦੇ ਅਧਿਕਾਰ ਹੈ ਸਾਡੇ 14 ਅਨੁਛੇਦ ਤੋਂ ਸ਼ੁਰੂ ਹੁੰਦੇ ਹਨ ਤੇ ਅੰਤਿਮ ਜਿਹੜਾ ਸਾਡਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ 32 ਅਨੁਛੇਦ ਤੱਕ ਸ਼ਾਮਿਲ ਹਨ। ਪਰ ਤੁਹਾਨੂੰ ਤੁਸੀਂ ਹੁਣ ਕਹੋ ਕਿ ਪਹਿਲਾਂ ਤੁਸੀਂ ਮੈਮ ਦੱਸਿਆ ਸੀਗਾ ਕਿ ਧਾਰਾ 12 ਤੋਂ ਲੈ ਕੇ 35 ਤੱਕ ਇਹਦੀ ਵਿਵਸਥਾ, ਯਾਨੀ ਮੌਲਿਕ ਅਧਿਕਾਰਾਂ ਦੇ ਬਾਰੇ ਸਾਡੇ ਸੰਵਿਧਾਨ ਵਿੱਚ 12 ਅਨੁਛੇਦ ਤੋਂ ਲੈ ਕੇ 35 ਅਨੁਛੇਦ ਤੱਕ ਮੌਲਿਕ ਅਧਿਕਾਰਾਂ ਬਾਰੇ ਹੀ ਦੱਸਿਆ ਗਿਆ ਹੈ। ਪਰ ਸਾਡੇ ਅਧਿਕਾਰ ਸ਼ੁਰੂ ਹੁੰਦੇ ਹੈ, ਪਹਿਲਾ ਅਧਿਕਾਰ 14 ਅਨੁਛੇਦ ਤੋਂ ਸ਼ੁਰੂ ਹੁੰਦਾ ਹੈ ਤੇ 32 ਅਨੁਛੇਦ ਤੱਕ ਜਿਹੜੇ ਹਨ ਇਹਨਾਂ ਅਧਿਕਾਰਾਂ ਬਾਰੇ ਦੱਸਿਆ ਗਿਆ ਹੈ। ਪਰ 12 ਤੋਂ 35 ਤੱਕ ਮੌਲਿਕ ਅਧਿਕਾਰਾਂ ਬਾਰੇ ਹੀ ਸਾਰੀ ਵਿਵਸਥਾ ਜਿਹੜੀ ਹੈ ਉਹ ਕੀਤੀ ਗਈ ਹੈ। ਅੱਗੇ ਆ ਜਾਂਦਾ ਹੈ ਕਿ ਇਹ ਸਾਰੇ ਅਧਿਕਾਰਾਂ ਦਾ ਵਰਣਨ ਕਿਸ ਤਰ੍ਹਾਂ ਕੀਤਾ ਗਿਆ ਸਾਡੇ ਸੰਵਿਧਾਨ ਵਿੱਚ। ਇੱਕ ਇੱਕ ਕਰਕੇ ਬੱਚੇ ਅਸੀਂ ਪੜ੍ਹਨੇ ਹਾਂ। ਪਹਿਲਾ ਸਾਡਾ ਅਧਿਕਾਰ ਹੈ ਸਮਾਨਤਾ ਦਾ ਅਧਿਕਾਰ। ਸਮਾਨਤਾ ਦਾ ਅਧਿਕਾਰ ਸੰਵਿਧਾਨ ਦੀ ਧਾਰਾ 14 ਤੋਂ ਲੈ ਕੇ 18 ਤੱਕ ਸਮਾਨਤਾ ਦੇ ਅਧਿਕਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ। ਇਸ ਨੂੰ ਰਾਈਟ ਟੂ ਇਕੁਐਲਿਟੀ ਕਹਿੰਦੇ ਹੈ। ਕੀ ਦੱਸਿਆ ਗਿਆ ਇਸ ਅਧਿਕਾਰ ਵਿੱਚ? ਪਹਿਲਾ ਹੈ ਨੰਬਰ 1 ਕਾਨੂੰਨ ਦੇ ਸਾਹਮਣੇ ਸਮਾਨਤਾ। ਸੰਵਿਧਾਨ ਦੀ ਧਾਰਾ 14 ਦੇ ਅਨੁਸਾਰ 14 ਵਿੱਚ ਕੀ ਕਿਹਾ ਗਿਆ ਹੈ ਕਿ ਹਰ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। ਇਕੁਐਲਿਟੀ ਬਿਫੋਰ ਲਾਅ, ਯਾਨੀ ਲਾਅ ਦੇ ਸਾਹਮਣੇ, ਕਾਨੂੰਨ ਦੇ ਸਾਹਮਣੇ ਅਸੀਂ ਸਾਰੇ ਸਮਾਨ ਹਾਂ। ਕਾਨੂੰਨ ਦੀ ਨਜ਼ਰ ਵਿੱਚ ਅਮੀਰ, ਗਰੀਬ, ਰੰਗ ਜਾਂ ਨਸਲ, ਜਾਤ, ਧਰਮ ਕਿਸੇ ਆਧਾਰ 'ਤੇ ਵੀ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਕਾਨੂੰਨ ਦੀ ਨਜ਼ਰਾਂ ਵਿੱਚ ਸਾਰੇ ਕੀ ਹਨ? ਸਮਾਨ ਹਨ। ਇਹ ਕਿਹੜੇ ਆਰਟੀਕਲ ਵਿੱਚ ਕਿਹਾ ਗਿਆ ਹੈ? ਇਹ ਅਨੁਛੇਦ ਜਾਂ ਧਾਰਾ 14 ਦੇ ਵਿੱਚ ਕਿਹਾ ਗਿਆ ਹੈ। ਦੂਸਰਾ ਹੈ ਵਿਤਕਰੇ ਜਾਂ ਭੇਦਭਾਵ ਦੀ ਮਨਾਹੀ। ਸੰਵਿਧਾਨ ਦੀ ਧਾਰਾ 15 ਦੇ ਅਨੁਸਾਰ ਕੀ ਕਿਹਾ ਗਿਆ ਹੈ? ਰਾਜ ਜਿਹੜਾ ਹੈ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਨਸਲ, ਰੰਗ, ਜਨਮ ਸਥਾਨ, ਲਿੰਗ ਕਿਸੇ ਵੀ ਆਧਾਰ 'ਤੇ ਕੋਈ ਵਿਤਕਰਾ ਨਹੀਂ ਕਰੇਗਾ। ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ, ਯਾਨੀ ਪ੍ਰੋਹਿਬਿਸ਼ਨ ਕੀਤੀ ਗਈ ਹੈ, ਮਨਾਹੀ ਕੀਤੀ ਗਈ ਹੈ। ਕਾਹਦੀ ਡਿਸਕ੍ਰਿਮੀਨੇਸ਼ਨ ਹੁੰਦਾ? ਭੇਦਭਾਵ ਦੀ ਮਨਾਹੀ। ਦੁਕਾਨਾਂ, ਹੋਟਲ, ਆਰਾਮ ਘਰ, ਸਿਨੇਮਾ, ਮਤਲਬ ਜਿਹੜੀਆਂ ਵੀ ਪਬਲਿਕ ਪਲੇਸਿਸ ਹਨ ਉਹਨਾਂ ਸਾਰਿਆਂ ਵਿੱਚ ਸਾਰੇ ਵਿਅਕਤੀਆਂ ਲਈ ਉਹ ਖੁੱਲ੍ਹੇ ਹਨ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਆਧਾਰ 'ਤੇ ਉਹਨਾਂ ਨੂੰ ਵਰਤੋਂ ਕਰਨ ਵਿੱਚ, ਉਹਨਾਂ ਵਿੱਚ ਆਉਣ ਜਾਣ ਵਿੱਚ ਕਿਸੇ ਵੀ ਗੱਲ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ ਹੈ। ਤੀਸਰਾ ਸਾਡਾ ਜਿਹੜਾ ਹੈ ਸਮਾਨਤਾ ਦੇ ਅਧਿਕਾਰ ਵਿੱਚ ਆ ਜਾਂਦਾ ਹੈ ਅਵਸਰ ਦੀ ਸਮਾਨਤਾ, ਇਕੁਐਲਿਟੀ ਆਫ ਓਪਰਚੁਨਿਟੀ। ਸੋ ਸੰਵਿਧਾਨ ਦੀ ਧਾਰਾ 16 ਦੇ ਅਨੁਸਾਰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਬਰਾਬਰ ਮੌਕੇ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰੀ ਨੌਕਰੀਆਂ 'ਤੇ ਨਿਯੁਕਤੀ ਕਰਦੇ ਸਮੇਂ ਹੁਣ ਬਰਾਬਰ ਨੌਕਰੀਆਂ ਦਾ ਮਤਲਬ ਇਹ ਨਹੀਂ ਕਿ ਸਾਰੇ ਵਿਅਕਤੀਆਂ ਨੂੰ ਇੱਕ ਬਰਾਬਰ ਨੌਕਰੀਆਂ ਸਰਕਾਰ ਨੇ ਕਿਆ ਦੇਣੀਆਂ। ਜਿਸ ਦੀ ਜਿੰਨੀ ਯੋਗਤਾ ਹੋਏਗੀ ਉਸ ਯੋਗਤਾ ਦੇ ਆਧਾਰ 'ਤੇ ਹੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਯਾਨੀ ਨੌਕਰੀਆਂ, ਸਰਕਾਰੀ ਨੌਕਰੀਆਂ ਦੇਣ ਸਮੇਂ, ਨਿਯੁਕਤੀ ਕਰਦੇ ਸਮੇਂ ਜਾਤ, ਧਰਮ, ਲਿੰਗ, ਨਸਲ ਕਿਸੇ ਆਧਾਰ 'ਤੇ ਸਰਕਾਰ ਕੋਈ ਵੀ ਵਿਤਕਰਾ ਨਹੀਂ ਕਰੇਗੀ। ਸਰਕਾਰ ਨਿਯੁਕਤੀਆਂ ਕਰਨ ਲਈ ਯੋਗਤਾ ਨਿਸ਼ਚਿਤ ਕਰ ਸਕਦੀ ਹੈ। ਇਹ ਕਹਿ ਸਕਦੀ ਹੈ ਕਿ ਜਿਹੜਾ ਇਹ ਯੋਗਤਾਵਾਂ ਨੂੰ ਪੂਰਾ ਕਰੇਗਾ ਉਹੀ ਇਸ ਨੌਕਰੀ ਵਾਸਤੇ ਜਿਹੜਾ ਹੈ ਕਾਬਿਲ ਮੰਨਿਆ ਜਾਏਗਾ, ਇਹ ਤਾਂ ਕਹਿ ਸਕਦੀ ਹੈ। ਪਰ ਕਿਸੇ ਨਾਲ ਜਾਤ, ਧਰਮ, ਲਿੰਗ ਕਿਸੇ ਵੀ ਆਧਾਰ 'ਤੇ ਕੋਈ ਵਿਤਕਰਾ ਨਹੀਂ ਕਰੇਗੀ। ਜਿਹੜੇ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਔਰ ਪਛੜੀ ਜਾਤੀ ਦੀ ਜਿਹੜੀ ਸ਼੍ਰੇਣੀਆਂ ਹਨ ਉਹਨਾਂ ਵਾਸਤੇ ਜਿਹੜੀਆਂ ਹਨ ਸੀਟਾਂ ਰਾਖਵੀਂ ਰੱਖਣ ਦੀ ਵਿਵਸਥਾ ਵੀ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਸਾਡੇ ਸੰਵਿਧਾਨ ਵਿੱਚ ਵਿਵਸਥਾ ਕੀਤੀ ਗਈ ਹੈ। ਅਗਲਾ ਸਾਡਾ ਆ ਜਾਂਦੀ ਹੈ ਸਾਡਾ ਜਿਹੜਾ ਹੈ ਸਮਾਨਤਾ ਦੇ ਅਧਿਕਾਰ ਦੇ ਵਿੱਚ ਨੰਬਰ 4 ਤੇ ਹੈ ਛੂਤ ਛਾਤ ਦਾ ਖਾਤਮਾ, ਐਵੋਲਿਊਸ਼ਨ ਆਫ ਅਨਟਚੇਬਿਲਿਟੀ। ਕੀ ਕੀਤਾ ਗਿਆ? ਕਿਹਾ ਗਿਆ ਹੈ ਸੰਵਿਧਾਨ ਦੀ ਧਾਰਾ 17, ਬੇਟੇ ਪੱਕਾ ਯਾਦ ਕਰ ਲੈਣਾ ਹੈ, ਤੁਹਾਨੂੰ ਇਹ 1 ਵਰਡ ਵਿੱਚ ਵੀ ਕੁਐਸਚਨ ਆ ਜਾਂਦਾ ਹੈ ਕਿ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਛੂਤ ਛਾਤ ਦੀ ਖਾਤਮਾ ਕੀਤਾ ਗਿਆ ਹੈ। ਸੋ ਸੰਵਿਧਾਨ ਦੀ ਧਾਰਾ 17 ਦੇ ਵਿੱਚ ਛੂਤ ਛਾਤ ਦੇ ਸਦੀਆਂ ਤੋਂ ਚੱਲੀ ਆ ਰਹੀ ਜਿਹੜੀ ਸਮਾਜਿਕ ਬੁਰਾਈ ਹੈ ਉਸਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਛੂਤ ਛਾਤ ਨੂੰ ਗੈਰ ਕਾਨੂੰਨੀ ਵੀ ਘੋਸ਼ਿਤ ਕੀਤਾ ਗਿਆ ਹੈ। ਅੱਜ ਕਿਸੇ ਨੂੰ ਵੀ ਅਛੂਤ ਕਹਿਣਾ ਜਾਂ ਅਛੂਤ ਸਮਝਣਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ ਤੇ ਜਿਹੜਾ ਕੋਈ ਅਜਿਹਾ ਵਰਤੋਂ ਵਿੱਚ ਲਿਆਏਗਾ ਤਾਂ ਉਸ ਨੂੰ ਕਾਨੂੰਨ ਵੱਲੋਂ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਪੰਜਵਾਂ ਸਾਡਾ ਹੈ ਖਿਤਾਬਾਂ ਦਾ ਖਾਤਮਾ, ਐਵੋਲਿਊਸ਼ਨ ਆਫ ਟਾਈਟਲਸ।
ਸੰਵਿਧਾਨ ਦੀ ਧਾਰਾ 18 ਦੇ ਅਨੁਸਾਰ ਸੈਨਿਕ ਅਤੇ ਵਿਦਿਅਕ ਉਪਾਧੀਆਂ ਨੂੰ ਛੱਡ ਕੇ ਕੋਈ ਵੀ ਹੋਰ ਉਪਾਧੀ ਰਾਜ ਨਹੀਂ ਦੇ ਸਕਦਾ। ਸਿਰਫ ਦੋ ਤਰ੍ਹਾਂ ਦੀ ਉਪਾਧੀਆਂ ਰਾਜ ਵੱਲੋਂ ਦਿੱਤੀਆਂ ਜਾ ਸਕਦੀਆਂ ਹਨ, ਇੱਕ ਸੈਨਿਕ ਉਪਾਧੀਆਂ ਤੇ ਦੂਸਰੀਆਂ ਵਿਦਿਅਕ ਉਪਾਧੀਆਂ। ਸਰਕਾਰ ਦੁਆਰਾ ਭਾਰਤ ਭੂਸ਼ਣ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ ਆਦਿ ਜਿੰਨੇ ਵੀ ਪੁਰਸਕਾਰ ਦਿੱਤੇ ਜਾਂਦੇ ਹਨ, ਤੁਸੀਂ ਸਾਰਿਆਂ ਨੇ ਨਾਮ ਤਾਂ ਸੁਣੇ ਹੋਣਗੇ। ਇਹ ਪੁਰਸਕਾਰ ਜਿਹੜੇ ਹਨ ਇਹ ਖਿਤਾਬ ਨਹੀਂ ਹਨ, ਇਹ ਰਾਜ ਵੱਲੋਂ ਚਾਹੇ ਉਹ ਸੈਨਿਕ ਹੋਣ ਚਾਹੇ ਉਹ ਵਿਦਿਅਕ ਜਿਹੜੇ ਹਨ ਪੱਧਰ ਤੇ ਜਿਹੜੀਆਂ ਉਪਾਧੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹਨ। ਔਰ ਇਹਨਾਂ ਨੂੰ ਵਿਅਕਤੀ ਦੇ ਨਾਂ ਦੇ ਨਾਲ ਖਿਤਾਬ ਦੇ ਰੂਪ ਵਿੱਚ ਵਰਤੋਂ ਕਰਨ ਦੀ ਸਖਤ ਮਨਾਹੀ ਕੀਤੀ ਗਈ ਹੈ। ਆਪਣੇ ਨਾਮ ਦੇ ਨਾਲ ਇਹਨਾਂ ਨੂੰ ਨਹੀਂ ਲਾਣਾ ਹੈ, ਉਹਨਾਂ ਨੂੰ ਚਾਹੇ ਖਿਤਾਬ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕੋਈ ਵੀ ਨਾਗਰਿਕ ਵਿਦੇਸ਼ਾਂ ਤੋਂ ਵੀ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਉਪਾਧੀ ਪ੍ਰਾਪਤ ਨਹੀਂ ਕਰ ਸਕਦਾ। ਯਾਨੀ ਅਸੀਂ ਕਿਸੇ ਵਿਦੇਸ਼ਾਂ ਤੋਂ ਵੀ ਅਸੀਂ ਅਗਰ ਕੋਈ ਉਪਾਧੀ ਪ੍ਰਾਪਤ ਕਰਨੀ ਹੈ ਤਾਂ ਇਸ ਤੋਂ ਪਹਿਲਾਂ ਸਾਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲੈਣੀ ਪਏਗੀ। ਇਹ ਸਾਡਾ ਸਾਰਾ ਹੀ ਕੁਝ ਜਿਹੜਾ ਹੈਗਾ ਇਹ ਸਾਡੇ ਸੰਵਿਧਾਨ ਦੀ ਧਾਰਾ 18 ਤੱਕ 14 ਤੋਂ ਲੈ ਕੇ 18 ਤੱਕ ਸਮਾਨਤਾ ਦੇ ਅਧਿਕਾਰ ਵਿੱਚ ਇਹਨਾਂ ਦੀ ਵਿਵਸਥਾ ਕੀਤੀ ਗਈ ਹੈ। ਦੂਸਰਾ ਸਾਡਾ ਆ ਜਾਂਦਾ ਹੈ ਸੁਤੰਤਰਤਾ ਦਾ ਅਧਿਕਾਰ। ਸੁਤੰਤਰਤਾ ਦੇ ਅਧਿਕਾਰ ਦੀ ਵਿਆਖਿਆ ਸਾਡੇ ਸੰਵਿਧਾਨ ਦੇ ਅਨੁਛੇਦ 19 ਤੋਂ ਲੈ ਕੇ 22 ਵਿੱਚ ਕੀਤੀ ਗਈ ਹੈ। ਸੁਤੰਤਰਤਾ ਦਾ ਅਧਿਕਾਰ ਵੀ ਲੋਕਤੰਤਰ ਦੀ ਸਥਾਪਨਾ ਲਈ ਉਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਸਮਾਨਤਾ ਦਾ। ਯਾਨੀ ਕਿ ਸਮਾਨਤਾ ਦਾ ਅਧਿਕਾਰਤਾ ਵਿੱਚ ਸਾਰੇ ਹੀ ਮਹੱਤਵਪੂਰਨ ਹਨ, ਪਰ ਸਮਾਨਤਾ ਤੇ ਸੁਤੰਤਰਤਾ ਦੋਨੇ ਹੀ ਅਧਿਕਾਰ ਜਿਹੜੇ ਹਨ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ। ਸੁਤੰਤਰਤਾ ਦੇ ਅਧਿਕਾਰ ਸੰਵਿਧਾਨ ਦੀ ਧਾਰਾ 19 ਵਿੱਚ ਨਾਗਰਿਕਾਂ ਨੂੰ ਬਹੁਤ ਸਾਰੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ, ਜਿਵੇਂ ਕਿ ਨੰਬਰ 1 ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ। ਤੁਹਾਨੂੰ ਪੇਪਰ ਵਿੱਚ ਆਇਆ ਸੀਗਾ ਕਿ ਤੁਸੀਂ ਜਿਹੜਾ ਪ੍ਰੈਸ ਦੀ ਸੁਤੰਤਰਤਾ ਜਿਹੜੀ ਹੈ ਉਹ ਕੀ ਵੱਖਰੀ ਸੁਤੰਤਰਤਾ ਸਾਡੀ ਦੱਸੀ ਗਈ ਹੈ ਸਾਡੇ ਸੰਵਿਧਾਨ ਵਿੱਚ? ਨਹੀਂ, ਭਾਸ਼ਣ ਦੇਣ ਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਵਿੱਚ ਹੀ ਪ੍ਰੈਸ ਦੀ ਸੁਤੰਤਰਤਾ ਦਾ ਵਰਣਨ ਕੀਤਾ ਗਿਆ ਹੈ। ਦੂਜਾ ਹੈ ਹਥਿਆਰਾਂ ਤੋਂ ਬਿਨਾਂ ਸ਼ਾਂਤੀਮਈ ਢੰਗ ਨਾਲ ਇਕੱਠੇ ਹੋਣ ਦੀ ਸੁਤੰਤਰਤਾ। ਤੀਸਰਾ ਹੈ ਇਹਦੇ ਵਿੱਚ ਸਮੂਹ, ਸੰਘ, ਸਮੁਦਾਇ ਜਾਂ ਯੂਨੀਅਨ ਬਣਾਉਣ ਦੀ ਸੁਤੰਤਰਤਾ। ਚੌਥਾ ਹੈ ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਤੇ ਤੁਰਨ ਫਿਰਨ ਦੀ ਸੁਤੰਤਰਤਾ। ਪੰਜਵਾਂ ਹੈ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਜਾਂ ਨਿਵਾਸ ਸਥਾਨ ਕਰਨ ਦੀ ਸੁਤੰਤਰਤਾ। ਛੇਵਾਂ ਹੈ ਕੋਈ ਵੀ ਰੋਜ਼ਗਾਰ, ਧੰਦਾ ਜਾਂ ਕਾਰੋਬਾਰ ਕਰਨ ਦੀ ਸੁਤੰਤਰਤਾ। ਅਨੁਛੇਦ 19 ਵਿੱਚ ਦਿੱਤੀਆਂ ਗਈਆਂ ਸਾਰੀਆਂ ਸੁਤੰਤਰਤਾਵਾਂ ਜਿਹੜੀਆਂ ਹਨ, ਜਿੰਨੀਆਂ ਵੀ ਤੁਸੀਂ ਪੜ੍ਹੀਆਂ ਹਨ 6 ਦੀ 6, ਇਹ ਅਸੀਮਿਤ ਨਹੀਂ ਹਨ, ਸਗੋਂ ਜਨਤਕ ਹਿੱਤਾਂ, ਨੈਤਿਕਤਾ ਤੇ ਦੇਸ਼ ਦੀ ਅਖੰਡਤਾ ਦੇ ਪ੍ਰਭੂਸੱਤਾ ਦੇ ਆਧਾਰ ਤੇ ਇਹਨਾਂ ਸੁਤੰਤਰਤਾ ਉੱਪਰ ਰਾਜ ਵੱਲੋਂ ਜਿਹੜੀਆਂ ਉਚਿਤ ਰੋਕਾਂ ਲਗਾਈਆਂ ਗਈਆਂ ਹਨ। ਮਤਲਬ ਇਹ ਸਾਰੀਆਂ ਸੁਤੰਤਰਤਾ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਹਨ, ਪਰ ਇਹ ਕੁਝ ਰੋਕਾਂ ਇਹਦੇ ਤੇ ਲਗਾਈਆਂ ਗਈਆਂ ਹਨ। ਅਗਰ ਵਿਅਕਤੀ ਇਹਨਾਂ ਦੀ ਪਾਲਣਾ ਨਹੀਂ ਕਰੇਗਾ ਤੇ ਇਹ ਸੁਤੰਤਰਤਾ ਉਹਨਾਂ ਤੋਂ ਵਾਪਿਸ ਵੀ ਲਈਆਂ ਜਾ ਸਕਦੀਆਂ ਹਨ। ਰਾਜ ਦੁਆਰਾ ਲਗਾਈਆਂ ਗਈਆਂ ਰੋਕਾਂ ਉਚਿਤ ਹਨ ਜਾਂ ਅਨੁਚਿਤ ਹਨ, ਇਸ ਗੱਲ ਦਾ ਨਿਰਣੇ ਸਰਵੋੱਚ ਅਦਾਲਤ, ਮਤਲਬ ਕਈ ਵਾਰੀ ਵਿਅਕਤੀ ਕਹਿ ਦਿੰਦੇ ਆ ਵੀ ਰਾਜ ਨੇ ਸਾਡੇ ਤੇ ਅਨੁਚਿਤ ਰੋਕ ਲਗਾਈ ਹੈ, ਤਾਂ ਉਹ ਵਿਅਕਤੀ ਜਿਹੜਾ ਹੈ ਉਹ ਸਰਵੋੱਚ ਅਦਾਲਤ ਵਿੱਚ ਵੀ ਜਾ ਸਕਦਾ ਹੈ ਇਸ ਨਾਲ ਸੰਬੰਧਿਤ, ਜਾਂ ਰਾਜ ਦੀ ਉੱਚ ਅਦਾਲਤ ਵਿੱਚ ਵੀ ਜਾ ਸਕਦਾ ਹੈ। ਸੋ ਉਸ ਦੁਆਰਾ ਹੀ ਇਹ ਜਿਹੜਾ ਹੈ ਫੈਸਲਾ ਕੀਤਾ ਜਾਂਦਾ ਹੈ, ਪਰ ਰਾਜ ਜਿਹੜਾ ਹੈ ਇਹਨਾਂ ਸੰਬੰਧੀ ਰੋਕਾਂ ਲਗਾ ਸਕਦਾ ਹੈ, ਰੋਕਾਂ ਲਗਾਈਆਂ ਵੀ ਗਈਆਂ ਹਨ। ਦੂਸਰਾ ਸਾਡਾ ਸੁਤੰਤਰਤਾ ਦੇ ਅਧਿਕਾਰ ਵਿੱਚ ਆ ਜਾਂਦਾ ਹੈ ਜੁਰਮ ਅਤੇ ਪਕੜੇ ਗਏ ਜਾਣ ਵਿਰੁੱਧ ਸੁਰੱਖਿਆ। ਧਾਰਾ 20 ਵਿੱਚ ਕੀ ਕਿਹਾ ਗਿਆ ਹੈ? ਆਰਟੀਕਲ 20 ਵਿੱਚ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर ਐਨ ਆਫੈਂਸ। ਕਿਸੇ ਆਫੈਂਸ ਦੇ ਵਿੱਚ ਕੀ ਦੱਸਿਆ ਗਿਆ? ਇਹਦੇ ਵਿੱਚ ਸੰਵਿਧਾਨ ਦੀ ਧਾਰਾ 20 ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਜੁਰਮ ਵਿੱਚ ਪਕੜੇ ਜਾਣ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਅਗਰ ਕਿਸੇ ਜੁਰਮ ਦੇ ਵਿਰੁੱਧ ਉਸਨੂੰ ਪਕੜਿਆ ਜਾਂਦਾ ਹੈ ਤਾਂ ਕੀ ਸੁਰੱਖਿਆ ਹੈ? ਨੰਬਰ 1, ਕਿਸੇ ਵੀ ਵਿਅਕਤੀ ਨੂੰ ਉਸ ਵੇਲੇ ਤੱਕ ਸਜ਼ਾ ਨਹੀਂ ਦਿੱਤੀ ਜਾਵੇਗੀ ਜਦ ਤੱਕ ਉਸਨੇ ਅਪਰਾਧ ਵੇਲੇ ਕਿਸੇ ਕਾਨੂੰਨ ਨੂੰ ਤੋੜਿਆ ਨਾ ਹੋਵੇ। ਮਤਲਬ ਜਦੋਂ ਉਹਨੇ ਅਪਰਾਧ ਕੀਤਾ, ਜੇਕਰ ਉਸਨੇ ਕਿਸੇ ਕਾਨੂੰਨ ਨੂੰ ਨਹੀਂ ਤੋੜਿਆ ਹੈ ਤਾਂ ਉਹਦੇ ਤੱਕ ਉਸਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਨੰਬਰ 2, ਕਿਸੇ ਵੀ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ ਇੱਕ ਵਾਰੀ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ। ਮਤਲਬ ਅਗਰ ਉਸਨੇ ਕੋਈ ਅਪਰਾਧ ਕੀਤਾ ਹੈ ਤਾਂ ਇੱਕ ਵਾਰ ਤਾਂ ਉਸਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਬਾਰ-ਬਾਰ ਇੱਕ ਅਪਰਾਧ ਦੇ ਲਈ ਉਸਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਤੀਸਰਾ, ਕਿਸੇ ਵੀ ਵਿਅਕਤੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਤੁਸੀਂ ਸੁਣਿਆ ਹੀ ਹੈ, ਕਈ ਵਾਰੀ ਫਿਲਮਾਂ 'ਚ, ਸੀਰੀਅਲਸ 'ਚ ਕਈ ਵਾਰ ਸੁਣਿਆ ਹੈ, ਪਰ ਇਹ ਤੁਹਾਨੂੰ ਬਿਲਕੁਲ ਕਲੀਅਰ ਹੈ ਕਿ ਆਪਣੇ ਵਿਰੁੱਧ ਕੋਈ ਵੀ ਵਿਅਕਤੀ ਜਿਹੜਾ ਹੈ ਉਸਨੂੰ ਗਵਾਹੀ ਦੇਣ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਚੌਥੇ ਨੰਬਰ ਤੇ ਕਿਸੇ ਵੀ ਵਿਅਕਤੀ ਨੂੰ ਉਸ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਹੜੀ ਅਪਰਾਧ ਕਰਨ ਦੇ ਸਮੇਂ ਕਾਨੂੰਨ ਅਧੀਨ ਦਿੱਤੀ ਜਾ ਸਕਦੀ ਹੋਵੇ। ਮਤਲਬ ਕਾਨੂੰਨ ਜਦੋਂ ਬਣਿਆ ਸੀ, ਜਿਸ ਅਪਰਾਧ ਲਈ ਜਿੰਨੀ ਸਜ਼ਾ ਹੈ ਤਾਂ ਉਸ ਸਜ਼ਾ ਤੋਂ ਵੱਧ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸੋ ਇਹ ਸਾਰਾ ਕੁਝ ਸਾਡੇ ਅਨੁਛੇਦ 20 ਵਿੱਚ ਕਿਹਾ ਗਿਆ ਹੈ। ਨੰਬਰ 3 ਆ ਗਿਆ ਜੀਵਨ ਅਤੇ ਨਿੱਜੀ ਸੁਤੰਤਰਤਾ ਦੀ ਰੱਖਿਆ। ਧਾਰਾ 21 ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਆਰਟੀਕਲ 21 ਧਾਰਾ 21 ਅਨੁਸਾਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਕਾਇਮ ਕੀਤੀ ਗਈ ਵਿਧੀ ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਜੀਵਨ ਅਤੇ ਨਿੱਜੀ ਸੁਤੰਤਰਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। 44ਵੀਂ ਸੋਧ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਧਾਰਾ 21 ਅਨੁਸਾਰ
ਪ੍ਰਾਪਤ ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ ਸੰਕਟਕਾਲੀਨ ਸਥਿਤੀ ਵਿੱਚ ਵੀ ਮੁਅੱਤਲ ਨਹੀਂ ਕੀਤਾ ਜਾ ਸਕੇਗਾ। ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਉਸ ਸਮੇਂ ਵੀ ਵਿਅਕਤੀ ਨੂੰ ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ। 24 ਅਗਸਤ 2017 ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਅਗਵਾਈ ਹੇਠ 9 ਜੱਜਾਂ ਦੀ ਸਰਬਸੰਮਤੀ ਨਾਲ ਦਿੱਤੇ ਗਏ ਫੈਸਲੇ ਦੇ ਅਨੁਸਾਰ ਗੋਪਨੀਯਤਾ ਦੇ ਅਧਿਕਾਰ ਜਿਸ ਨੂੰ ਅਸੀਂ ਕਹਾਂਗੇ ਰਾਈਟ ਟੂ ਪ੍ਰਾਈਵੇਸੀ, ਉਸ ਨੂੰ ਵੀ ਜੀਵਨ ਦੇ ਅਧਿਕਾਰ ਅਤੇ ਨਿੱਜੀ ਸੁਤੰਤਰਤਾ ਦਾ ਹੀ ਹਿੱਸਾ ਮੰਨਿਆ ਗਿਆ ਹੈ। ਯਾਨੀ ਕਿਸੇ ਵੀ ਵਿਅਕਤੀ ਨੂੰ ਇਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ। ਨੰਬਰ 4 ਵਿਦਿਆ ਦਾ ਅਧਿਕਾਰ। ਵਿਦਿਆ ਦਾ ਅਧਿਕਾਰ ਤਾਂ ਤੁਸੀਂ ਬਹੁਤ ਵਾਰੀ ਤੁਹਾਡੇ ਸਕੂਲਸ ਵਿੱਚ ਵੀ ਸਾਰਿਆਂ ਦੇ ਇਹਦੇ ਬਾਰੇ ਲਿਖਿਆ ਹੈ। ਇਹ ਅਨੁਛੇਦ 21A ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ, ਰਾਈਟ ਟੂ ਐਜੂਕੇਸ਼ਨ, RTE ਆਪਾਂ ਸ਼ਾਰਟ ਫਾਰਮ ਵਿੱਚ ਕਹਿ ਦਿੰਦੇ ਹਾਂ। ਇਹ ਸਾਡੇ ਅਨੁਛੇਦ 21A ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਕੀ ਕਿਹਾ ਗਿਆ ਇਸ ਵਿੱਚ ਕਿ ਦਸੰਬਰ 2002 ਵਿੱਚ ਸੰਵਿਧਾਨ ਵਿੱਚ ਕੀਤੀ ਗਈ 86ਵੀਂ ਸੋਧ ਦੇ ਅਨੁਸਾਰ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਸਾਡੇ ਨਵਾਂ ਜਿਹੜਾ ਆਰਟੀਕਲ ਜਿਹੜਾ ਹੈ ਇਹ 21 ਅਨੁਛੇਦ ਤਾਂ ਪਹਿਲਾਂ ਹੀ ਸੀ, 21 ਜਿਹੜਾ ਹੈ ਅਨੁਛੇਦ ਇੱਕ ਨਵਾਂ ਸ਼ਾਮਿਲ ਕਰਕੇ ਜਿਹੜਾ ਹੈ ਵਿਦਿਆ ਦਾ ਅਧਿਕਾਰ ਸ਼ਾਮਿਲ ਕੀਤਾ ਗਿਆ ਹੈ 86ਵੀਂ ਸੋਧ ਦੇ ਰਾਹੀਂ। 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 8ਵੀਂ ਤੱਕ ਦੇ ਜਿਹੜੇ ਬੱਚੇ 14 ਸਾਲ ਤੱਕ ਦੇ ਬੱਚੇ ਹੁੰਦਾ ਹੈ ਤੇ ਉਹਨਾਂ ਵਾਸਤੇ ਲਾਜ਼ਮੀ ਵੀ ਹੈ, ਉਹਨਾਂ ਨੂੰ ਸਕੂਲ 'ਚ ਪੜ੍ਹਨਾ ਲਾਜ਼ਮੀ ਹੈ, ਉਹ ਵਿਦਿਆ ਛੱਡ ਨਹੀਂ ਸਕਦੇ, ਪੜ੍ਹਾਈ ਛੱਡ ਨਹੀਂ ਸਕਦੇ ਔਰ ਮੁਫਤ ਸਿੱਖਿਆ ਕੀਤੀ ਗਈ, ਉਹਨਾਂ ਤੋਂ ਕੋਈ ਵੀ ਪੈਸਾ ਸਰਕਾਰ ਵੱਲੋਂ ਨਹੀਂ ਲਿੱਤਾ ਜਾਂਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੰਵਿਧਾਨ ਵਿੱਚ ਧਾਰਾ 21A ਸ਼ਾਮਿਲ ਕੀਤਾ ਗਿਆ ਹੈ, ਜਿਸ ਧਾਰਾ ਅਨੁਸਾਰ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਪ੍ਰਦਾਨ ਕੀਤੀ ਗਈ ਹੈ ਅਤੇ ਲੋੜੀਂਦੀਆਂ ਵਿਵਸਥਾਵਾਂ ਰਾਜ ਦੁਆਰਾ ਕੀਤੀਆਂ ਗਈਆਂ ਹਨ। ਦਸੰਬਰ 2002 ਵਿੱਚ ਪਾਸ ਕੀਤੀ ਗਈ 86ਵੀਂ ਸੋਧ ਨੂੰ ਲਾਗੂ ਕੀਤੇ ਜਾਣ ਲਈ ਦਸੰਬਰ 2008 ਵਿੱਚ ਸੰਸਦ ਵਿੱਚ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਸੀ, ਜੋ ਕਿ ਸੰਸਦ ਦੁਆਰਾ 4 ਅਗਸਤ 2009 ਨੂੰ ਪਾਸ ਕੀਤਾ ਗਿਆ ਸੀ। ਮਤਲਬ ਇਸ 86ਵੀਂ ਸੋਧ ਨੂੰ ਲਾਗੂ ਕਰਨ ਲਈ 2008 ਦਸੰਬਰ ਵਿੱਚ ਸੰਸਦ 'ਚ ਕਾਨੂੰਨ ਪਾਸ ਹੋਇਆ ਔਰ ਪਰ ਉਹ ਕਾਨੂੰਨ ਜਿਹੜਾ ਹੈ 4 ਅਗਸਤ 2009 ਨੂੰ ਪਾਸ ਕਰ ਦਿੱਤਾ ਗਿਆ। ਪਰ ਯਾਦ ਰਹੇ ਵਿਦਿਆ ਦਾ ਅਧਿਕਾਰ ਕਾਨੂੰਨ ਜਿਹੜਾ ਲਾਗੂ ਹੋਇਆ, ਇਹ ਲਾਗੂ ਹੋਇਆ 1 ਅਪ੍ਰੈਲ 2010 ਨੂੰ ਸਮੁੱਚੇ ਭਾਰਤ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ, ਜਿਸ ਕਾਨੂੰਨ ਦਾ ਯੂਨੈਸਕੋ, ਯੂਨੀਸੈਫ ਅਤੇ ਬਹੁਤ ਹੋਰ ਸਾਰੇ ਜਿੰਨੇ ਵੀ ਅੰਤਰਰਾਸ਼ਟਰੀ ਸੰਗਠਨ ਹਨ ਉਹਨਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਕਿ ਸਾਰੇ ਵਿਦਿਆਰਥੀ ਜਿਹੜੇ 6 ਤੋਂ 14 ਸਾਲ ਤੱਕ ਦੀ ਉਮਰ ਦੇ ਹਨ ਉਹਨਾਂ ਨੂੰ ਮੁਫਤ ਤੇ ਲਾਜ਼ਮੀ ਵਿਦਿਆ ਮਿਲਣੀ ਚਾਹੀਦੀ ਹੈ। ਨੰਬਰ 5 ਸਾਡਾ ਇਹਦੇ ਵਿੱਚ ਆ ਜਾਂਦਾ ਹੈ ਸੁਤੰਤਰਤਾ ਦੇ ਅਧਿਕਾਰ ਵਿੱਚ ਹੀ ਗ੍ਰਿਫਤਾਰੀ ਅਤੇ ਨਜ਼ਰਬੰਦੀ ਵਿਰੁੱਧ ਸੁਰੱਖਿਆ। ਧਾਰਾ 22 ਅਨੁਛੇਦ 22 ਵਿੱਚ ਕੀ ਗਿਆ, ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ, ਆਰਟੀਕਲ 22। ਧਾਰਾ 22 ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਸਦੇ ਅਪਰਾਧ ਤੋਂ ਜਾਣੂ ਕਰਵਾਏ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ। ਉਹਨੂੰ ਜਦੋਂ ਤੱਕ ਉਹਦਾ ਅਪਰਾਧ ਨਹੀਂ ਦੱਸਿਆ ਜਾਏਗਾ ਉਹਨੂੰ ਬੰਦੀ ਨਹੀਂ ਬਣਾਇਆ ਜਾ ਸਕਦਾ। ਦੂਸਰੇ ਨੰਬਰ 'ਚ ਕੀ ਕਿਹਾ ਗਿਆ, ਅਪਰਾਧੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਵਕੀਲ ਕੋਲੋਂ ਸਲਾਹ ਲੈਣ ਦੀ ਖੁੱਲ੍ਹ ਹੈ, ਉਹ ਕਿਸੇ ਵੀ ਵਕੀਲ ਦੇ ਕੋਲੋਂ ਸਲਾਹ ਲੈ ਸਕਦਾ ਹੈ। ਤੀਸਰਾ, ਅਪਰਾਧੀ ਨੂੰ ਕੈਦ ਕਰਨ ਤੋਂ 24 ਘੰਟੇ ਦੇ ਅੰਦਰ ਅੰਦਰ ਕਿਸੇ ਵੀ ਨਜ਼ਦੀਕ ਦੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ। ਉਸ ਨੂੰ ਜਿਹੜਾ ਹੈ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। 24 ਘੰਟੇ ਦੇ ਅੰਦਰ ਅੰਦਰ ਜਦੋਂ ਕੈਦ ਕਰ ਲਿੱਤਾ ਜਾਂਦਾ ਹੈ ਤਾਂ ਉਸ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਅਨੁਛੇਦ ਕੀ ਹੈ 22 ਦੇ ਅਨੁਸਾਰ ਅਧਿਕਾਰ 2 ਤਰ੍ਹਾਂ ਦੇ ਵਿਅਕਤੀਆਂ ਨੂੰ ਪ੍ਰਾਪਤ ਨਹੀਂ ਹਨ। ਜਾਣੀ ਇਹ ਜਿਹੜੇ 22 ਦੇ ਵਿੱਚ ਜੋ ਗੱਲ ਕਹੀ ਗਈ ਹੈ ਕਿਹਨੂੰ ਪ੍ਰਾਪਤ ਨਹੀਂ ਹਨ, ਕਿਹਨਾਂ ਤੇ ਲਾਗੂ ਨਹੀਂ ਹੁੰਦੇ ਹੈ। ਨੰਬਰ 1 ਵਿਦੇਸ਼ੀ ਦੁਸ਼ਮਣਾਂ ਤੇ, ਜਿਹੜੇ ਵਿਦੇਸ਼ੀ ਦੁਸ਼ਮਣ ਹੁੰਦੇ ਹਨ ਉਹਨਾਂ ਤੇ ਇਹ ਅਧਿਕਾਰ ਲਾਗੂ ਨਹੀਂ ਹੁੰਦੇ ਹਨ। ਉਹਨਾਂ ਨੂੰ ਜਾਨੀ ਬੰਦੀ ਬਣਾਇਆ ਜਾ ਸਕਦਾ ਹੈ, ਉਹਨਾਂ ਨੂੰ ਉਹਨਾਂ ਦਾ ਅਗਰ ਅਪਰਾਧ ਸਿੱਧ ਹੈ ਤੇ ਉਹਨਾਂ ਨੂੰ ਕਿਸੇ ਵਕੀਲ ਕੋਲ ਜਾਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ। ਸੋ ਇਹ ਇੱਕ ਤਾਂ ਵਿਦੇਸ਼ੀ ਦੁਸ਼ਮਣਾਂ ਤੇ ਲਾਗੂ ਨਹੀਂ ਹੁੰਦੇ। ਨੰਬਰ 2 ਅਜਿਹੇ ਵਿਅਕਤੀ ਜੋ ਕਿਸੇ ਵੀ ਅਜਿਹੇ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤੇ ਜਾਂਦੇ ਹਨ ਜੋ ਨਿਵਾਰਕ ਨਜ਼ਰਬੰਦੀ ਦੀ ਵਿਵਸਥਾ ਕਰਦਾ ਹੈ ਉਸ ਦੇ ਅਧੀਨ ਜਿਹੜਾ ਹੈ ਉਹਨਾਂ ਤੇ ਇਹ ਲਾਗੂ ਨਹੀਂ ਕੀਤੇ ਜਾਂਦੇ ਹਨ। 26 ਮਾਰਚ 2002 ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸਮਾਗਮ ਵਿੱਚ ਅੱਤਵਾਦ ਰੋਕਥਾਮ ਵਾਸਤੇ ਜਿਹੜਾ ਸੀਗਾ ਕਾਨੂੰਨ ਬਣਾਇਆ ਗਿਆ, ਪ੍ਰੀਵੈਂਸ਼ਨ ਆਫ ਟੈਰੋਰਿਜ਼ਮ ਐਕਟ ਦਾ ਜਿਹੜਾ ਇਸ ਨੂੰ ਰੂਪ ਦਿੱਤਾ ਗਿਆ ਸੀ। ਇਹ ਕਾਨੂੰਨ ਅਧੀਨ ਨਿਵਾਰਕ ਨਜ਼ਰਬੰਦੀ ਦੀ ਵਿਵਸਥਾ ਕੀਤੀ ਗਈ ਹੈ। ਮਤਲਬ ਜਿਹੜੇ ਟੈਰੋਰਿਸਟ ਵਾਸਤੇ 2002 ਵਿੱਚ ਇੱਕ ਕਾਨੂੰਨ ਬਣਾਇਆ ਗਿਆ ਸੀਗਾ, ਸੋ ਉਸ ਵਿੱਚ ਵੀ ਉਸ ਨੂੰ ਨਿਵਾਰਕ ਨਜ਼ਰਬੰਦੀ ਦਾ ਕਾਨੂੰਨ ਨਾਲ ਸੰਬੰਧਿਤ ਕਿਹਾ ਜਾਂਦਾ ਹੈ। ਸੋ ਇਹ 2 ਤਰ੍ਹਾਂ ਦੇ ਵਿਅਕਤੀ ਹਨ ਜਿਨ੍ਹਾਂ ਤੇ ਜਿਹੜਾ ਹੈ ਧਾਰਾ 22
ਜਿਹੜੀ ਹੈ ਲਾਗੂ ਨਹੀਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡਾ ਤੀਸਰਾ ਜਿਹੜਾ ਅਧਿਕਾਰ ਆ ਜਾਂਦਾ ਸ਼ੋਸ਼ਣ ਵਿਰੁੱਧ ਅਧਿਕਾਰ ਅਨੁਛੇਦ 23 ਅਤੇ 24 ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਅਨੁਛੇਦ 23 ਅਤੇ 24 ਵਿੱਚ ਕੀ ਕਿਹਾ ਗਿਆ ਕਿ ਭਾਰਤੀਆਂ ਨੂੰ ਸ਼ੋਸ਼ਣ ਵਿਰੁੱਧ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ, ਜਿਹਦੇ ਵਿੱਚ 23 ਅਨੁਛੇਦ ਵਿੱਚ ਕਿਹਾ ਗਿਆ ਹੈ ਮਨੁੱਖੀ ਵਪਾਰ ਅਤੇ ਜਬਰੀ ਮਜ਼ਦੂਰੀ ਦੀ ਮਨਾਹੀ। ਧਾਰਾ 23 ਕੀ ਕਿਹਾ ਗਿਆ ਹੈ ਇਹਦੇ ਵਿੱਚ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਧਾਰਾ 23 ਦੇ ਅਨੁਸਾਰ ਮਨੁੱਖੀ ਵਪਾਰ, ਵੇਤਨ ਦਿੱਤੇ ਬਿਨਾਂ ਕੰਮ ਕਰਾਉਣਾ ਅਤੇ ਵਿਅਕਤੀ ਦੀ ਇੱਛਾ ਦੇ ਵਿਰੁੱਧ ਕੰਮ ਕਰਾਏ ਜਾਣ ਦੀ ਮਨਾਹੀ ਕੀਤੀ ਗਈ ਹੈ। ਬੇਟਾ ਦੇਖੋ ਤੁਹਾਨੂੰ ਪ੍ਰਸ਼ਨ ਆਇਆ ਸੀ ਕੱਲ ਪੇਪਰ ਵਿੱਚ ਕਿ ਬਿਨਾਂ ਵੇਤਨ ਤੋਂ ਅਗਰ ਕੰਮ ਕਰਵਾਇਆ ਜਾਂਦਾ ਹੈ ਤਾਂ ਤੁਸੀਂ ਕਿਹਦੇ ਨਾਲ ਸੰਬੰਧਿਤ ਹੈ, ਉਹ ਸਾਡੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈ। ਕਿਹੜਾ ਅਧਿਕਾਰ ਸਾਡਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਔਰ ਧਾਰਾ 23 ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। 23 ਦੇ ਦੂਜੇ ਭਾਗ ਵਿੱਚ ਕੀ ਕਿਹਾ ਗਿਆ ਹੈ ਜਨਤਕ ਹਿੱਤਾਂ ਦੀ ਰਾਖੀ ਲਈ ਨਾਗਰਿਕਾਂ ਵੱਲੋਂ ਆਵਸ਼ਕ ਸੇਵਾਵਾਂ ਕੰਪਲਸਰੀ ਸਰਵਿਸ ਰਾਜ ਕਰਵਾ ਸਕਦਾ ਹੈ। ਅਜਿਹਾ ਕਾਨੂੰਨ ਬਣਾਉਂਦੇ ਸਮੇਂ ਰਾਜ ਕਿਸੇ ਨਾਲ ਵੀ ਜਾਤ, ਧਰਮ, ਰੰਗ, ਨਸਲ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਕਰੇਗਾ। ਦੂਜੇ ਨੰਬਰ ਤੇ ਸਾਡੇ ਅਨੁਛੇਦ 24 ਵਿੱਚ ਕੀ ਕਿਹਾ ਗਿਆ ਹੈ ਬਾਲ ਮਜ਼ਦੂਰੀ ਦੀ ਮਨਾਹੀ। ਧਾਰਾ 24 ਦੇ ਅਨੁਸਾਰ ਪ੍ਰੋਹਿਬਿਸ਼ਨ ਆਫ ਐਮਪਲੋਇਮੈਂਟ ਆਫ ਚਿਲਡਰਨ ਆਰਟੀਕਲ 24। ਸੰਵਿਧਾਨ ਦੀ ਧਾਰਾ 24 ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖਾਨਿਆਂ, ਖਾਨਾ ਜਾਂ ਕਿਸੇ ਵੀ ਜੋਖਮ ਭਰੇ ਧੰਦਿਆਂ ਵਿੱਚ ਨਹੀਂ ਲਗਾਇਆ ਜਾ ਸਕਦਾ ਜਾਂ ਉਹਨਾਂ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਤਾਂ ਕਿ ਨੁਕਸਾਨ ਨਾ ਪਹੁੰਚ ਸਕੇ। ਭਾਰਤੀ ਸੰਵਿਧਾਨ ਵਿੱਚ ਅਜਿਹੇ ਅਧਿਕਾਰ ਦਾ ਹੋਣਾ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਬਾਲਗਾਂ ਦੀ ਤਰ੍ਹਾਂ ਬੱਚਿਆਂ ਦਾ ਵੀ ਭਾਰਤ ਵਿੱਚ ਬਹੁਤ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਜਾਂਦਾ। ਬੱਚਿਆਂ ਤੋਂ ਉਮਰ ਤੋਂ ਘੱਟ ਜਿਹੜੇ ਬੱਚੇ ਹਨ ਉਹਨਾਂ ਤੋਂ ਬਹੁਤ ਸਾਰੇ ਜਿਹੜੇ ਹਨ ਉਹ ਬੇਰਹਿਮੀ ਨਾਲ ਕੰਮ ਕਰਵਾਏ ਜਾਂਦੇ ਹਨ। ਸੰਵਿਧਾਨ ਵਿੱਚ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਲਾਜ਼ਮੀ ਤੇ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਨੂੰ ਰੋਜ਼ਗਾਰ ਵਿੱਚ ਲਗਾਉਣਾ ਇੱਕ ਗੈਰ ਮਨੁੱਖੀ ਪ੍ਰਥਾ ਹੈ, ਮਤਲਬ ਛੋਟੇ ਬੱਚੇ ਜਿਨ੍ਹਾਂ ਦੀ ਪੜ੍ਹਨ ਦੀ ਉਮਰ ਹੈ, ਕੰਮ ਦੀ ਉਮਰ ਨਹੀਂ ਹੈ, ਉਹਨਾਂ ਨੂੰ ਜ਼ਬਰਦਸਤੀ ਰੋਜ਼ਗਾਰ ਵਿੱਚ ਨਹੀਂ ਲਗਾਇਆ ਜਾ ਸਕਦਾ। ਸੰਵਿਧਾਨ ਵਿੱਚ ਇਸ ਨੂੰ ਖਤਮ ਕਰਨ ਲਈ ਮਹੱਤਵਪੂਰਨ ਵਿਵਸਥਾ ਕੀਤੀ ਗਈ ਹੈ। ਸੋ ਇਹ ਬੱਚਿਆਂ ਦੇ ਸ਼ੋਸ਼ਣ ਨੂੰ ਬਚਾਉਣ ਵਾਸਤੇ ਇਹ ਵਿਵਸਥਾਵਾਂ ਕੀਤੀਆਂ ਗਈਆਂ ਹਨ। ਅਗਲਾ ਸਾਡਾ ਅਧਿਕਾਰ ਆ ਜਾਂਦਾ ਹੈ ਨੰਬਰ 4 ਤੇ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਜਿਹੜਾ ਕਿ ਸਾਡੇ ਅਨੁਛੇਦ 25 ਤੋਂ ਲੈ ਕੇ 28 ਤੱਕ ਜਿਨ੍ਹਾਂ ਵਿੱਚ ਇਹਦੀ ਵਿਵਸਥਾ ਕੀਤੀ ਗਈ ਹੈ। ਰਾਈਟ ਟੂ ਰਿਲੀਜੀਅਸ ਫਰੀडम ਆਰਟੀਕਲ 25 to 28। ਸੰਵਿਧਾਨ ਨਿਰਮਾਤਾ ਉਹਨਾਂ ਨੇ ਭਾਰਤ ਨੂੰ ਧਰਮ ਨਿਰਪੱਖ ਰਾਜ ਬਣਾਉਣਾ ਚਾਹੁੰਦੇ ਸੀ। ਤੁਹਾਨੂੰ ਪਤਾ ਹੀ ਹੈ ਹੁਣ ਵੀ ਸਾਡਾ ਭਾਰਤ ਜਿਹੜਾ ਹੈ ਇੱਕ ਧਰਮ ਨਿਰਪੱਖ ਰਾਜ ਹੈ। ਸੋ ਸੰਵਿਧਾਨ ਨਿਰਮਾਤਾਵਾਂ ਨੇ ਧਰਮ ਨਿਰਪੱਖ ਰਾਜ ਬਣਾਉਣ ਦੇ ਲਈ ਸੰਵਿਧਾਨ ਦੇ ਅਨੁਛੇਦ 25 ਤੋਂ ਲੈ ਕੇ 28 ਵਿੱਚ ਨਾਗਰਿਕਾਂ ਅਤੇ ਵਿਦੇਸ਼ੀਆਂ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਮਤਲਬ ਇਹ ਨਾਗਰਿਕਾਂ ਨੂੰ ਵੀ ਪ੍ਰਾਪਤ ਹੈ ਤੇ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹੈ ਵੀ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਨ। ਇਸ ਵਿੱਚ ਹੇਠ ਲਿਖੀ ਵਿਵਸਥਾਵਾਂ ਕਿਹੜੀਆਂ ਕੀਤੀਆਂ ਗਈਆਂ ਹਨ। ਸੰਵਿਧਾਨ ਦੀ ਧਾਰਾ 25 ਦੇ ਅਨੁਸਾਰ ਹਰ ਵਿਅਕਤੀ ਨੂੰ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਮੰਨ ਸਕਦਾ ਹੈ ਤੇ ਉਸਦਾ ਪ੍ਰਚਾਰ ਕਰ ਸਕਦਾ ਹੈ, ਉਸ ਦੀ ਪੂਰੀ ਸੁਤੰਤਰਤਾ ਪ੍ਰਾਪਤ ਹੈ। ਧਾਰਾ 26 ਵਿੱਚ ਕੀ ਕਿਹਾ ਗਿਆ ਹੈ ਹਰੇਕ ਧਾਰਮਿਕ ਸੰਪਰਦਾਇ ਜਾਂ ਉਸਦੇ ਕਿਸੇ ਵਰਗ ਨੂੰ ਧਾਰਮਿਕ ਅਤੇ ਖੇਤਰੀ ਮੰਤਵ ਲਈ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਦਿੱਤਾ ਗਿਆ। ਆਪਣੇ ਧਰਮ ਨਾਲ ਸੰਬੰਧਿਤ ਕੋਈ ਵੀ ਸੰਸਥਾ ਸਥਾਪਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਸਨੂੰ ਆਪਣੇ ਧਰਮ ਦੇ ਕੰਮਾਂ ਲਈ ਕੋਈ ਵੀ ਪ੍ਰਬੰਧ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਸੰਵਿਧਾਨ ਦੀ ਧਾਰਾ 27 ਦੇ ਵਿੱਚ ਕੀ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਅਜਿਹਾ ਟੈਕਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਸ ਦੁਆਰਾ ਇਕੱਠਾ ਕੀਤਾ ਗਿਆ ਧਨ ਕਿਸੇ ਵੀ ਵਿਸ਼ੇਸ਼ ਧਰਮ ਜਾਂ ਧਾਰਮਿਕ ਸੰਪਰਦਾਇ ਦੀ ਉન્નਤੀ ਵਾਸਤੇ ਖਰਚ ਕੀਤਾ ਜਾਣਾ ਹੋਵੇ। ਸੋ ਧਾਰਾ 27 ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਦੀ ਧਾਰਾ 28 ਵਿੱਚ ਕੀ ਕਿਹਾ ਗਿਆ ਹੈ ਵੀ ਕਿਸੇ ਵੀ ਸਰਕਾਰੀ ਵਿਦਿਅਕ ਸੰਸਥਾ ਵਿੱਚ ਕੋਈ ਵੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। ਇਸ ਦੀ ਵੀ ਸਾਡੇ ਸੰਵਿਧਾਨ ਵਿੱਚ ਪੂਰੀ ਵਿਵਸਥਾ ਕੀਤੀ ਗਈ ਹੈ ਵੀ ਕਿਸੇ ਵੀ ਜਿਹੜੇ ਵਿਦਿਅਕ ਸੰਸਥਾ ਦੇ ਵਿੱਚ ਕਿਸੇ ਪਾਰਟਿਕੂਲਰ ਧਰਮ ਦੀ, ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਸੰਵਿਧਾਨ ਦੀ ਧਾਰਾ 28 ਦੇ ਤੀਜੇ ਭਾਗ ਵਿੱਚ ਕੀ ਕਿਹਾ ਗਿਆ ਹੈ ਕਿ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਜਿਹੜੀਆਂ ਕਿ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੀਆਂ ਹਨ ਉਹਨਾਂ ਵਿੱਚ ਵੀ ਧਾਰਮਿਕ ਸਿੱਖਿਆ ਵਿਅਕਤੀ ਦੀ ਇੱਛਾ ਦੇ ਵਿਰੁੱਧ ਨਹੀਂ ਦਿੱਤੀ ਜਾ ਸਕਦੀ ਹੈ। ਕੁਝ ਵਿਦਿਅਕ ਸੰਸਥਾਵਾਂ ਧਰਮ ਨਾਲ ਸੰਬੰਧਿਤ ਬਣਾਈਆਂ ਗਈਆਂ ਹਨ ਪਰ ਜ਼ਬਰਦਸਤੀ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਬੱਚੇ ਨੂੰ ਉਹਦੇ ਵਿੱਚ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਪੰਜਵਾਂ ਸਾਡਾ ਬੱਚੇ ਅਧਿਕਾਰ ਅਗਲਾ ਸ਼ੁਰੂ ਹੋ ਗਿਆ ਮੌਲਿਕ ਅਧਿਕਾਰ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ। ਅਨੁਛੇਦ 29 ਅਤੇ 30 ਵਿੱਚ ਇਸ ਦੀ ਵਿਵਸਥਾ ਹੈ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਪਹਿਲੇ ਨੰਬਰ ਤੇ 29 ਤੇ 30 ਅਨੁਛੇਦ ਵਿੱਚ ਹੈ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ। ਠੀਕ ਹੈ,
ਵਿਦਿਅਕ ਤੇ ਸੱਭਿਆਚਾਰਕ ਤੇ ਵਿਦਿਅਕ ਦਾ ਮਤਲਬ ਸੱਭਿਆਚਾਰ ਕਿਹਨਾਂ ਦਾ ਸੁਰੱਖਿਅਤ ਰੱਖਣਾ, ਜਿਹੜੇ ਘੱਟ ਗਿਣਤੀ ਵਰਗ ਮਾਈਨੋਰਿਟੀ ਕਲਾਸਿਸ ਜਿਹੜੇ ਹੈ, ਪ੍ਰੋਟੈਕਸ਼ਨ ਆਫ ਦਾ ਇੰਟਰਸਟ ਆਫ ਮਾਈਨੋਰਿਟੀਜ਼। ਸੰਵਿਧਾਨ ਦੀ ਧਾਰਾ 29 ਦੇ ਪਹਿਲੇ ਭਾਗ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ। ਨੰਬਰ 2, ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਦੀ ਸੁਤੰਤਰਤਾ, ਫਰੀडम ਟੂ ਗੈਟ ਐਡਮਿਸ਼ਨ ਇਨ ਐਜੂਕੇਸ਼ਨਲ ਇੰਸਟੀਟਿਊਸ਼ਨਸ। ਸੰਵਿਧਾਨ ਦੀ ਧਾਰਾ 29 ਦੇ ਦੂਜੇ ਭਾਗ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਨਾਗਰਿਕ ਨਾਲ ਰਾਜ ਦੁਆਰਾ ਜਾਂ ਰਾਜ ਦੀ ਕਿਸੇ ਵੀ ਸਹਾਇਤਾ ਪ੍ਰਾਪਤ ਸੰਸਥਾ ਦੇ ਦੁਆਰਾ, ਵਿਦਿਅਕ ਸੰਸਥਾ ਦੇ ਦੁਆਰਾ ਦਾਖਲਾ ਦੇਣ ਸਮੇਂ ਜਦੋਂ ਉਹਨਾਂ ਵਿੱਚ ਐਡਮਿਸ਼ਨ ਕਰਵਾਉਣੀ ਹੈ ਬੱਚੇ ਦੀ, ਧਰਮ, ਜਾਤ, ਨਸਲ ਕਿਸੇ ਵੀ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਏਗਾ। ਇਹ ਸਾਡੇ ਸੰਵਿਧਾਨ ਦੀ ਧਾਰਾ 29 ਦੇ ਦੂਜੇ ਭਾਗ ਵਿੱਚ ਕਿਹਾ ਗਿਆ ਹੈ। ਤੀਸਰੇ ਨੰਬਰ ਤੇ ਘੱਟ ਗਿਣਤੀਆਂ ਨੂੰ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ, ਰਾਈਟ ਟੂ ਮਾਈਨੋਰਿਟੀਜ਼ ਟੂ ਐਸਟੈਬਲਿਸ਼ ਐਜੂਕੇਸ਼ਨਲ ਇੰਸਟੀਟਿਊਸ਼ਨ। ਸੰਵਿਧਾਨ ਦੀ ਧਾਰਾ 30 ਦੇ ਪਹਿਲੇ ਭਾਗ ਵਿੱਚ ਕਿਹਾ ਗਿਆ ਹੈ ਕਿ ਧਾਰਮਿਕ, ਸੱਭਿਆਚਾਰ ਜਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਘੱਟ ਗਿਣਤੀ ਵਰਗ ਦੇ ਲੋਕ ਹਨ, ਸੋ ਉਹ ਆਪਣੇ ਕਿਸੇ ਵੀ ਤਰ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਹਨ। ਉਹਨਾਂ ਦਾ ਪ੍ਰਬੰਧ ਕਰਨ ਦੀ ਉਹਨਾਂ ਨੂੰ ਪੂਰੀ ਸੁਤੰਤਰਤਾ ਦਿੱਤੀ ਗਈ ਹੈ। ਉਹ ਆਪਣੇ ਧਰਮ ਨਾਲ ਸੰਬੰਧਿਤ, ਆਪਣੇ ਸੱਭਿਆਚਾਰ, ਆਪਣੀ ਭਾਸ਼ਾ ਨਾਲ ਸੰਬੰਧਿਤ ਕੋਈ ਵੀ ਵਿਦਿਅਕ ਸੰਸਥਾ ਸਥਾਪਿਤ ਕਰ ਸਕਦੇ ਹਨ। ਨੰਬਰ 4, ਸਹਾਇਤਾ ਦਿੰਦੇ ਸਮੇਂ ਵਿਤਕਰਿਆਂ ਦੀ ਮਨਾਹੀ। ਸੰਵਿਧਾਨ ਦੀ ਧਾਰਾ 30 ਦੇ ਦੂਜੇ ਭਾਗ ਵਿੱਚ ਕੀ ਕਿਹਾ ਗਿਆ ਹੈ ਕਿ ਸਰਕਾਰ ਦੁਆਰਾ ਗ੍ਰਾਂਟ ਦਿੰਦੇ ਸਮੇਂ ਘੱਟ ਗਿਣਤੀਆਂ ਦੁਆਰਾ ਸਥਾਪਿਤ ਵਿਦਿਅਕ ਸੰਸਥਾਵਾਂ ਨਾਲ ਵਿਤਕਰੇ ਦੀ ਮਨਾਹੀ। ਯਾਨੀ ਸਰਕਾਰ ਇਹ ਨਹੀਂ ਹੈ ਵੀ ਆਪਣੇ ਕਿਸੇ ਵਿਸ਼ੇਸ਼ ਵਰਗ ਨੂੰ ਸੁਵਿਧਾ ਜ਼ਿਆਦਾ ਦੇਵੇ ਜਾਂ ਮਿਨੋਰਿਟੀ ਕਲਾਸਿਸ ਨੂੰ ਨਾ ਦੇਵੇ। ਸੰਵਿਧਾਨ ਵਿੱਚ ਇਸ ਦੀ ਸਖਤ ਮਨਾਹੀ ਕੀਤੀ ਗਈ ਹੈ। ਗ੍ਰਾਂਟ ਦਿੰਦੇ ਸਮੇਂ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਨੋ ਡਿਸਕ੍ਰਿਮੀਨੇਸ਼ਨ ਵਾਈਲ ਗਿਵਿੰਗ ਗ੍ਰਾਂਟਸ। 6ਵਾਂ ਸਾਡਾ ਲਾਸਟ ਬੇਟਾ ਮੌਲਿਕ ਅਧਿਕਾਰ ਆ ਗਿਆ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਅਨੁਛੇਦ 32 ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਸੋ ਇਹ ਅਧਿਕਾਰ ਬਹੁਤ ਹੀ ਇੰਪੋਰਟੈਂਟ ਹੈ। ਜਦੋਂ ਤੱਕ ਸਾਡਾ ਇਹ ਅਧਿਕਾਰ ਸੰਵਿਧਾਨ ਵਿੱਚ ਨਹੀਂ ਹੈ, ਤਦ ਤੱਕ ਸਾਡੇ ਬਾਕੀ ਦੇ ਅਧਿਕਾਰ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਮੌਲਿਕ ਅਧਿਕਾਰਾਂ ਦਾ ਸੰਵਿਧਾਨ ਵਿੱਚ ਅੰਕਿਤ ਕਰਨਾ ਬਿਲਕੁਲ ਹੀ ਕਹਿੰਦਾ ਵਿਅਰਥ ਹੋਣਾ ਸੀ ਜੇਕਰ ਇਹਨਾਂ ਅਧਿਕਾਰਾਂ ਦੀ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਾ ਕੀਤਾ ਗਿਆ ਹੁੰਦਾ। ਇਸ ਲਈ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਨੂੰ ਅਨੁਛੇਦ 32 ਦੁਆਰਾ ਪੂਰਨ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਸ ਅਨੁਛੇਦ ਵਿੱਚ ਕਿਹਾ ਗਿਆ ਹੈ ਕਿ ਭਾਗ 3 ਵਿੱਚ ਦਿੱਤੇ ਗਏ ਅਧਿਕਾਰਾਂ ਨੂੰ ਉਚਿਤ ਵਿਧੀ ਅਨੁਸਾਰ ਲਾਗੂ ਕਰਵਾਉਣ ਲਈ ਸਰਵੋੱਚ ਅਦਾਲਤ ਕੋਲ ਜਾਣ ਦਾ ਅਧਿਕਾਰ ਦਿੱਤਾ ਗਿਆ ਹੈ। ਯਾਨੀ ਕੋਈ ਪਿੱਛੇ ਸਾਡੇ ਕਿਸੇ ਵੀ ਅਧਿਕਾਰ ਦੀ ਅਗਰ ਉਲੰਘਣਾ ਕਰਦਾ ਹੈ, ਸਰਕਾਰ ਕਰਦੀ ਹੈ ਜਾਂ ਕੋਈ ਵਿਅਕਤੀ ਕਰਦਾ ਹੈ, ਤਾਂ ਅਸੀਂ ਸਰਵੋੱਚ ਅਦਾਲਤ ਦੀ ਸ਼ਰਨ ਲੈ ਸਕਦੇ ਹਾਂ। ਇਸ ਅਧਿਕਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ BR ਅੰਬੇਦਕਰ ਜੀ ਨੇ ਕੀ ਕਿਹਾ ਸੀ, ਜੇਕਰ ਕੋਈ ਮੈਨੂੰ ਜਿਹੜਾ ਹੈ ਪੁੱਛੇ ਕਿ ਸੰਵਿਧਾਨ ਦਾ ਸਭ ਤੋਂ ਮਹੱਤਵਪੂਰਨ ਧਾਰਾ ਕਿਹੜੀ ਹੈ ਜਿਸ ਤੋਂ ਬਿਨਾਂ ਸੰਵਿਧਾਨ ਪ੍ਰਭਾਵਹੀਨ ਹੋ ਜਾਏਗਾ, ਤਾਂ ਇਸ ਧਾਰਾ ਤੋਂ ਬਿਨਾਂ, ਕਿਹੜੀ ਧਾਰਾ, ਧਾਰਾ 32 ਤੋਂ ਬਿਨਾਂ ਹੋਰ ਕਿਸੇ ਧਾਰਾ ਵੱਲ ਇਸ਼ਾਰਾ ਨਹੀਂ ਕੀਤਾ ਜਾ ਸਕਦਾ। ਇਸ ਸੰਵਿਧਾਨ ਦੀ ਆਤਮਾ ਅਤੇ ਦਿਲ ਹੈ। ਯਾਨੀ ਅਨੁਛੇਦ 32 ਜਿਹੜਾ ਹੈ ਉਹ ਇਸ ਸੰਵਿਧਾਨ ਦੀ ਕੀ ਹੈ, ਉਹ ਦਿਲ ਅਤੇ ਆਤਮਾ ਹੈ। ਦਿਲ ਵੀ ਹੈ, ਯਾਨੀ ਦਿਲ ਤੇ ਆਤਮਾ ਅਗਰ ਸਰੀਰ ਚੋਂ ਬਾਹਰ ਨਿਕਲ ਜਾਏ ਤਾਂ ਸਰੀਰ ਜਿਹੜਾ ਹੈਗਾ ਉਹ ਬੇਜਾਨ ਹੋ ਜਾਂਦਾ। ਉਸ ਤਰ੍ਹਾਂ ਹੀ ਜੇਕਰ ਧਾਰਾ 32 ਨੂੰ ਸੰਵਿਧਾਨ ਵਿੱਚੋਂ ਬਾਹਰ ਕੱਢ ਦਿੱਤਾ ਜਾਏ ਤਾਂ ਇਹ ਵੀ ਕੀ ਹੋ ਜਾਏਗਾ, ਬੇਜਾਨ ਹੋ ਜਾਏਗੀ। ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਸੰਵਿਧਾਨ ਦੀ ਧਾਰਾ 32 ਦੇ ਦੂਜੇ ਭਾਗ ਵਿੱਚ ਬਹੁਤ ਸਾਰੇ ਹੁਕਮਨਾਮੇ ਜਾਰੀ ਕੀਤੇ ਗਏ, ਰਿਟਸ ਜਾਰੀ ਕੀਤੇ ਗਏ ਹਨ, ਜਿਹਦੇ ਅਧੀਨ ਸੰਵਿਧਾਨ ਵਿੱਚ ਜਿਹੜੀ ਹੈ ਉਹ ਸੁਰੱਖਿਆ ਜਿਹੜੀ ਅਧਿਕਾਰਾਂ ਦੀ ਕੀਤੀ ਗਈ ਹੈ। ਜਿਵੇਂ ਬੰਦੀ ਪ੍ਰਤੱਖੀਕਰਨ ਲੇਖ, ਫਰਮਾਨ ਲੇਖ, ਮਨਾਹੀ ਲੇਖ, ਉਤਪ੍ਰੇਖਣ ਲੇਖ, ਅਧਿਕਾਰ ਪੁੱਛਣ ਦਾ ਲੇਖ। ਇਹ ਸਾਰੀਆਂ ਰਿਟਸ ਹੈਗੀਆਂ ਬੇਟਾ, ਇਹ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਅਸੀਂ ਇਹਦੇ ਸੰਬੰਧੀ ਜਿਹੜਾ ਹੈ ਜਿਹੜਾ ਅਸੀਂ ਆਪਣੇ ਮੌਲਿਕ ਅਧਿਕਾਰਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸੋ ਮੌਲਿਕ ਅਧਿਕਾਰਾਂ ਦੀ ਆਲੋਚਨਾ ਕੀਤੀ ਗਈ ਹੈ। ਡਾਕਟਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਵਿੱਚ ਅੰਕਿਤ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਸੀ। ਕੁਝ ਹੋਰ ਸੰਵਿਧਾਨਕਾਰਾਂ ਨੇ ਇਹਨਾਂ ਮੌਲਿਕ ਅਧਿਕਾਰਾਂ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ, ਪਰ ਇਸ ਪ੍ਰਸ਼ੰਸਾ ਦੇ ਬਾਵਜੂਦ ਵੀ ਆਲੋਚਕ ਜਿਹੜੇ ਹਨ ਜਿਨ੍ਹਾਂ ਨੇ ਮੌਲਿਕ ਅਧਿਕਾਰਾਂ ਦੀ ਹੇਠ ਲਿਖੇ ਆਧਾਰ ਤੇ ਆਲੋਚਨਾ ਕੀਤੀ ਹੈ। ਜਿਵੇਂ ਪਹਿਲੀ ਆਲੋਚਨਾ ਕਿਸ ਦੇ ਆਧਾਰ ਤੇ ਹੈ, ਬਹੁਤ ਜ਼ਿਆਦਾ ਰੋਕਾਂ, ਟੂ ਮੈਨੀ ਲਿਮਿਟੇਸ਼ਨਸ। ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਉੱਪਰ ਇੰਨੀਆਂ ਜ਼ਿਆਦਾ ਰੋਕਾਂ ਲਗਾਈਆਂ ਗਈਆਂ ਹਨ ਕਿ ਸੰਵਿਧਾਨ ਸਭਾ ਵਿੱਚ ਬੋਲਦਿਆਂ ਇੱਕ ਮੈਂਬਰ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਮੌਲਿਕ ਅਧਿਕਾਰਾਂ ਵਾਲੇ ਅਧਿਆਇ ਦਾ ਨਾਮ ਮੌਲਿਕ ਅਧਿਕਾਰਾਂ ਉੱਤੇ ਰੋਕਾਂ ਰੱਖਣਾ ਵਧੇਰੇ ਉਚਿਤ ਹੋਏਗਾ, ਕਿਉਂਕਿ ਬਹੁਤ ਜ਼ਿਆਦਾ ਲਿਮਿਟੇਸ਼ਨਸ ਹੈ। ਇਹ ਸਾਰੀਆਂ ਰੋਕਾਂ ਲਗਾਉਣ ਦੀ ਸ਼ਕਤੀ ਸੰਸਦ ਨੂੰ ਦਿੱਤੀ ਗਈ ਹੈ। ਸੰਸਦ ਕਾਨੂੰਨ ਬਣਾ ਕੇ ਰੋਕ ਲਗਾ ਦਿੰਦੀ ਹੈ। ਇਸੇ ਕਾਰਨ ਹੀ ਇਹ ਕਿਹਾ ਗਿਆ ਹੈ ਕਿ ਸੰਵਿਧਾਨ ਵਿੱਚ ਸ਼ਾਮਿਲ ਇਹਨਾਂ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ ਹੈ, ਕਿਉਂਕਿ ਇੱਕ ਹੱਥ ਨਾਲ ਸੰਵਿਧਾਨ ਇਹ ਅਧਿਕਾਰ ਦਿੰਦਾ ਹੈ ਤੇ ਦੂਜੇ ਹੱਥ ਨਾਲ ਇਹ ਉਹਨਾਂ ਨੂੰ ਵਾਪਿਸ ਵੀ ਲੈ ਲੈਂਦਾ ਹੈ। ਇਹ ਪਹਿਲੀ ਆਲੋਚਨਾ ਕੀਤੀ ਆਲੋਚਕਾਂ ਨੇ ਕਿ ਇਹਦੇ ਤੇ ਕੀ ਕਾਹਦੇ ਆਧਾਰ ਤੇ ਕੀਤੀ ਹੈ ਕਿ ਇਸ ਵਿੱਚ ਬਹੁਤ ਜ਼ਿਆਦਾ ਲਿਮਿਟੇਸ਼ਨਸ ਜਾਂ ਬਹੁਤ ਜ਼ਿਆਦਾ ਰੋਕਾਂ ਲਗਾਈਆਂ ਗਈਆਂ ਹਨ।
ਦੂਜੀ ਉਹਨਾਂ ਨੇ ਕਿਹਦੇ ਆਧਾਰ ਤੇ ਆਲੋਚਨਾ ਕੀਤੀ ਆ? ਆਰਥਿਕ ਅਧਿਕਾਰਾਂ ਦੀ ਅਣਹੋਂਦ, ਐਬਸੈਂਸ ਆਫ ਇਕਨੋਮਿਕ ਰਾਈਟਸ। ਮੌਲਿਕ ਅਧਿਕਾਰਾਂ ਵਾਲੇ ਅਧਿਆਇ ਵਿੱਚ ਸੱਭਿਆਚਾਰਕ, ਵਿਦਿਅਕ, ਸਮਾਜਿਕ ਅਧਿਕਾਰ ਤਾਂ ਦਿੱਤੇ ਗਏ ਹਨ, ਪਰ ਆਰਥਿਕ ਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਜਿਵੇਂ ਕਿ ਕੰਮ ਦਾ ਅਧਿਕਾਰ, ਆਰਾਮ ਕਰਨ ਦਾ ਅਧਿਕਾਰ, ਉਚਿਤ ਮਜ਼ਦੂਰੀ ਪ੍ਰਾਪਤ ਕਰਨ ਦਾ ਅਧਿਕਾਰ ਆਦਿ, ਇਹ ਸਾਡੇ ਸਾਰੇ ਕੀ ਹਨ? ਆਰਥਿਕ ਅਧਿਕਾਰ ਹਨ। ਇਹਨਾਂ ਦਾ ਕੋਈ ਵੀ ਵਰਣਨ ਨਹੀਂ ਕੀਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਆਰਥਿਕ ਅਧਿਕਾਰਾਂ ਦੀ ਅਣਹੋਂਦ ਦੇ ਵਿੱਚ ਰਾਜਨੀਤਿਕ ਅਧਿਕਾਰ ਜਿਹੜੇ ਹੈ ਦੇਣੇ ਹੈ ਜਾਂ ਉਹਨਾਂ ਦੀ ਵਿਵਸਥਾ ਕਰਨਾ ਬਿਲਕੁਲ ਕੀ ਹੋ ਜਾਏਗਾ? ਵਿਅਰਥ ਹੋ ਜਾਏਗਾ। ਤੀਸਰਾ ਹੈ ਮੌਲਿਕ ਅਧਿਕਾਰਾਂ ਨੂੰ ਮੁਲਤਵੀ ਕੀਤਾ ਜਾਣਾ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ। ਜੇਕਰ ਦੇਸ਼ ਵਿੱਚ ਸੰਕਟ ਕਾਲ ਦੀ ਘੋਸ਼ਣਾ ਹੋ ਜਾਂਦੀ ਹੈ ਤਾਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਕਿਸੇ ਸਮੇਂ ਵੀ ਮੁਅੱਤਲ ਜਾਂ ਸਸਪੈਂਡ ਕੀਤਾ ਜਾ ਸਕਦਾ ਹੈ। ਇਸ ਦਾ ਇਹ ਭਾਵ ਹੈ ਕਿ ਸ਼ਾਸਕ ਦਲ ਕਿਸੇ ਵੀ ਸਮੇਂ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਲੋਕਾਂ ਨੂੰ ਮੌਲਿਕ ਅਧਿਕਾਰਾਂ ਤੋਂ ਕਦੇ ਵੀ ਵੰਚਿਤ ਕਰ ਸਕਦਾ ਹੈ। ਅਜਿਹੀ ਸਥਿਤੀ ਕਾਰਨ ਕੁਝ ਆਲੋਚਕ ਇਹਨਾਂ ਮੌਲਿਕ ਅਧਿਕਾਰਾਂ ਨੂੰ ਮੌਲਿਕ ਕਹਿਣ ਤੋਂ ਇਤਰਾਜ਼ ਕਰਦੇ ਹਨ। ਉਹਨਾਂ ਦਾ ਕੀ ਵਿਚਾਰ ਹੈ? ਕਿਉਂ ਕਹਿੰਦੇ ਹਨ? ਜਿਹੜੇ ਅਧਿਕਾਰ ਮੁਅੱਤਲ ਕੀਤੇ ਜਾ ਸਕਦੇ ਹਨ ਉਹ ਕਦੇ ਵੀ ਮੌਲਿਕ ਨਹੀਂ ਹੋ ਸਕਦੇ। ਸੋ ਇਸ ਆਧਾਰ ਤੇ ਉਹਨਾਂ ਦੀ ਆਲੋਚਨਾ ਕਰਦੇ ਹਨ ਕਿ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਚੌਥੀ ਆਲੋਚਨਾ ਹੈ ਅਸਪਸ਼ਟ ਤੇ ਗੁੰਝਲਦਾਰ ਭਾਸ਼ਾ, ਵੇਗ ਐਂਡ ਕੰਪਲੈਕਸ ਲੈਂਗੁਏਜ। ਮੌਲਿਕ ਅਧਿਕਾਰਾਂ ਦੀ ਭਾਸ਼ਾ ਕਾਫੀ ਅਸਪਸ਼ਟ ਤੇ ਗੁੰਝਲਦਾਰ ਹੈ ਅਤੇ ਇਹ ਸਧਾਰਨ ਵਿਅਕਤੀ ਦੀ ਸਮਝ ਤੋਂ ਬਾਹਰ ਹੈ। ਇਸੇ ਕਾਰਨ ਹੀ ਅੱਜ ਅਦਾਲਤਾਂ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਝਗੜਿਆਂ ਨਾਲ ਭਰੀਆਂ ਹੋਈਆਂ ਹਨ ਤੇ ਵਕੀਲਾਂ ਨੂੰ ਧਨ ਕਮਾਉਣ ਦੇ ਬਹੁਤ ਜ਼ਿਆਦਾ ਮੌਕੇ ਮਿਲ ਰਹੇ ਹਨ। ਦੇਖੋ ਬੇਟਾ, ਜਿਹੜੇ ਆਲੋਚਕ ਹੁੰਦੇ ਹੈ ਉਹਨਾਂ ਨੇ ਕਿਸੇ ਨਾ ਕਿਸੇ ਆਧਾਰ ਤੇ ਤਾਂ ਇਹਨਾਂ ਦੀ ਆਲੋਚਨਾ ਕਰਨੀ ਹੁੰਦੀ ਹੈ, ਪਰ ਅਗਰ ਅਸੀਂ ਓਵਰਆਲ ਸਾਰੇ ਪੜ੍ਹ ਕੇ ਦੇਖੀਏ ਤੁਹਾਨੂੰ ਮੌਲਿਕ ਅਧਿਕਾਰਾਂ ਬਾਰੇ ਕੀ ਲੱਗਿਆ ਹੈ? ਸਿੱਟਾ ਕੀ ਕੱਢਾਂਗੇ ਕਿ ਉੱਪਰ ਦਿੱਤੀਆਂ ਗਈਆਂ ਅਧਿਕਾਰਾਂ ਦੀਆਂ ਜਿਹੜੀਆਂ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਚਾਹੇ ਇਹਨਾਂ ਉੱਪਰ ਬਹੁਤ ਸਾਰੀਆਂ ਰੋਕਾਂ ਲਗਾਈਆਂ ਗਈਆਂ ਹਨ, ਭਾਸ਼ਾ ਚਾਹੇ ਗੁੰਝਲਦਾਰ ਹੈ, ਅਸਪਸ਼ਟ ਹੈ, ਆਮ ਆਦਮੀ ਦੀ ਸਮਝ ਤੋਂ ਬਾਹਰ ਹੈ, ਪਰ ਇੰਨਾ ਸਭ ਕੁਝ ਹੁੰਦੇ ਹੋਏ ਵੀ ਮੌਲਿਕ ਅਧਿਕਾਰਾਂ ਦਾ ਆਪਣਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਨੂੰ ਅਸੀਂ ਅੱਖਾਂ ਤੋਂ ਓਝਲ ਨਹੀਂ ਕਰ ਸਕਦੇ। ਪ੍ਰੋਫੈਸਰ MP ਸ਼ਰਮਾ ਨੇ ਕੀ ਕਿਹਾ ਹੈ? ਅਮਲੀ ਰੂਪ ਵਿੱਚ ਲੋਕਾਂ ਨੂੰ ਉਨੀ ਹੀ ਸੁਤੰਤਰਤਾ ਮਿਲਣੀ ਚਾਹੀਦੀ ਹੈ ਜਿੰਨੇ ਦੇ ਉਹ ਹੱਕਦਾਰ ਹੁੰਦੇ ਹਨ ਅਤੇ ਜਿਸ ਨੂੰ ਲਗਾਤਾਰ ਚੇਤਨ ਹੋ ਕੇ ਉਹ ਪ੍ਰਾਪਤ ਕਰ ਸਕਦੇ ਹਨ। ਸੋ ਬੇਟਾ, ਇਹਦੇ ਨਾਲ ਹੀ ਸਾਡਾ ਇਹ ਟੌਪਿਕ ਜਿਹੜਾ ਹੈ ਖਤਮ ਹੋ ਜਾਂਦਾ ਹੈ। ਬਹੁਤ ਧਿਆਨ ਨਾਲ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ। ਥੈਂਕ ਯੂ ਬੇਟਾ।